Hello students, I welcome you again in this channel of economics। ਤਾਂ ਆਪਣਾ ਜੋ ਚੈਪਟਰ ਚੱਲ ਰਿਹਾ ਹੈ ਉਹ ਹੈ ਬੈਂਕਿੰਗ। ਤਾਂ ਬੈਂਕਿੰਗ ਦੇ ਵਿੱਚ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਕੇਂਦਰੀ ਬੈਂਕ ਦੀ ਗੱਲ ਕਰ ਰਹੇ ਸੀ। ਆਪਾਂ ਇਹ ਦੇਖਿਆ ਆਪਣੇ ਪਿਛਲੇ ਲੈਕਚਰ ਦੇ ਵਿੱਚ ਕਿ ਕੇਂਦਰੀ ਬੈਂਕ ਜਿਹੜਾ ਹੈ ਉਹ ਕੀ ਹੁੰਦਾ ਹੈ, ਇੰਗਲੈਂਡ ਦੇ ਕੇਂਦਰੀ ਬੈਂਕ ਦਾ ਕੀ ਨਾਮ ਹੈ, ਉਸ ਤੋਂ ਬਾਅਦ ਭਾਰਤ ਦੇ ਕੇਂਦਰੀ ਬੈਂਕ ਦਾ ਕੀ ਨਾਮ ਹੈ, ਦੁਨੀਆ ਦਾ ਪਹਿਲਾ ਕੇਂਦਰੀ ਬੈਂਕ ਜਿਹੜਾ ਹੈ ਉਹ ਕਦੋਂ ਸਥਾਪਿਤ ਹੋਇਆ ਤੇ ਕਿੱਥੇ ਸਥਾਪਿਤ ਹੋਇਆ। ਯਾਦ ਰੱਖਣਾ ਹੈ ਜਿਹੜਾ ਪਹਿਲਾ ਕੇਂਦਰੀ ਬੈਂਕ ਜਿਹੜਾ ਹੈ ਉਹ ਸਥਾਪਿਤ ਹੋਇਆ ਸੀ 1668 ਦੇ ਵਿੱਚ ਸਵੀਡਨ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਬੈਂਕ ਆਫ ਇੰਗਲੈਂਡ ਦੀ ਸਥਾਪਨਾ ਹੋਈ 1694 ਦੇ ਵਿੱਚ। ਫਿਰ ਜਿਹੜਾ ਹੈ ਅਮਰੀਕਾ ਦਾ ਫੈਡਰਲ ਰਿਜ਼ਰਵ ਸਿਸਟਮ ਉਹ ਸਥਾਪਿਤ ਹੋਇਆ। ਉਸ ਤੋਂ ਬਾਅਦ ਭਾਰਤ ਦਾ ਕੇਂਦਰੀ ਬੈਂਕ ਜਿਹੜਾ ਹੈ ਉਹ ਆਇਆ 1935 ਦੇ ਵਿੱਚ, ਜਿਹਨੂੰ ਕਿ 1949 ਦੇ ਵਿੱਚ ਜਾ ਕੇ ਰਾਸ਼ਟਰੀਕਰਨ ਕਰ ਦਿੱਤਾ ਗਿਆ। ਹੁਣ ਕੇਂਦਰੀ ਬੈਂਕ ਕੀ ਚੀਜ਼ ਹੈ? ਆਪਾਂ ਕਿਹਾ ਸੀ ਵੀ ਕੇਂਦਰੀ ਬੈਂਕ ਦੀ ਇੱਕ ਸਿੰਗਲ परिभाषा ਜਿਹੜੀ ਹੈ ਉਹ ਪੋਸੀਬਲ ਨਹੀਂ ਹੈ, ਕਿਉਂਕਿ ਇੱਕ ਕੇਂਦਰੀ ਬੈਂਕ ਜਿਹੜਾ ਹੈ ਉਹ ਇੰਨੇ ਸਾਰੇ ਕੰਮ ਕਰਦਾ ਹੈ ਕਿ ਉਹਨਾਂ ਸਾਰੇ ਕੰਮਾਂ ਨੂੰ ਇੱਕ ਪਰਿਭਾਸ਼ਾ ਦੇ ਵਿੱਚ ਸ਼ਾਮਿਲ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਮੁਸ਼ਕਿਲ ਹੈ। ਤਾਂ ਆਪਾਂ ਇਹਦੀ ਇੱਕ ਸਿੰਗਲ ਪਰਿਭਾਸ਼ਾ ਜਿਹੜੀ ਹੈ ਉਹ ਨਹੀਂ ਦੇ ਸਕਦੇ। ਆਪਾਂ ਸਿਰਫ ਇੰਨਾ ਕਹਿ ਸਕਦੇ ਹਾਂ ਵੀ ਕਿਸੇ ਵੀ ਦੇਸ਼ ਦਾ ਕੇਂਦਰੀ ਬੈਂਕ ਜਿਹੜਾ ਹੈ ਉਸ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੁੰਦਾ ਹੈ। ਨੰਬਰ 2 ਜਿਹੜਾ ਕੀ ਕਰਦਾ ਹੈ, ਸਾਰੀ ਦੀ ਸਾਰੀ ਬੈਂਕਿੰਗ ਪ੍ਰਣਾਲੀ ਦੇ ਉੱਪਰ ਜਿਹੜਾ ਹੈ ਉਹ ਆਪਣਾ ਨਿਯੰਤਰਣ ਰੱਖਦਾ ਹੈ। ਸਾਰੇ ਬੈਂਕ ਜਿਹੜੇ ਨੇ ਉਹਦੇ ਅੰਡਰ ਜਿਹੜਾ ਉਹ ਕੰਮ ਕਰਦੇ ਨੇ। ਤਾਂ ਜਿੰਨੀ ਵੀ ਉਸ ਦੇਸ਼ ਦੇ ਵਿੱਚ ਆਰਥਿਕ ਕਿਰਿਆਵਾਂ ਹੋਣਗੀਆਂ, ਮੁਦਰਾ ਦਾ ਲੈਣ ਦੇਣ ਹੋਏਗਾ, ਕਿੰਨਾ ਪੈਸਾ ਛਾਪਿਆ ਜਾਏਗਾ, ਇਹ ਸਾਰੇ ਕੰਮ ਜਿਹੜੇ ਨੇ ਉਹ ਕੌਣ ਕਰਦਾ ਹੈ? ਉਸ ਦੇਸ਼ ਦਾ ਕੇਂਦਰੀ ਬੈਂਕ ਜਿਹੜਾ ਹੈ ਉਹ ਕਰਿਆ ਕਰਦਾ ਹੈ। ਤਾਂ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਕਿਸੇ ਵੀ ਦੇਸ਼ ਦੇ ਕੇਂਦਰੀ ਬੈਂਕ ਦੇ 6 ਕੰਮ ਜਿਹੜੇ ਨੇ ਉਹ ਡਿਸਕਸ ਕੀਤੇ ਸੀ, ਜਿਹੜੇ ਕਿਵੇਂ ਨੇ? ਪਹਿਲਾ ਉਹ ਕੀ ਕਰਦਾ ਹੈ? ਨੋਟ ਜਾਰੀ ਕਰਦਾ ਹੈ। ਕਈ ਦੇਸ਼ਾਂ ਦੇ ਵਿੱਚ ਜਿਹੜਾ ਕੇਂਦਰੀ ਬੈਂਕ ਹੈ ਉਹਨੂੰ ਨੋਟ ਜਾਰੀ ਕਰਨ ਦਾ ਏਕਾਧਿਕਾਰ ਹੈ, ਮਤਲਬ ਉਹ ਇਕੱਲਾ ਹੈ ਨੋਟ ਜਾਰੀ ਕਰਨ ਵਾਲਾ, ਹੋਰ ਕੋਈ ਵੀ ਨਹੀਂ ਹੈਗਾ। ਮਤਲਬ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਜਿਵੇਂ ਦੋ ਲੋਕਾਂ ਕੋਲ ਅਧਿਕਾਰ ਹੈ, ਕੇਂਦਰੀ ਬੈਂਕ ਤੇ ਭਾਰਤ ਸਰਕਾਰ, ਪਰ ਜ਼ਿਆਦਾਤਰ ਮੁਦਰਾ ਛਾਪਣ ਦਾ ਅਧਿਕਾਰ ਕਿਹਦੇ ਕੋਲ ਹੈ? ਉਹ ਆਪਣੇ ਦੇਸ਼ ਦੇ ਕੇਂਦਰੀ ਬੈਂਕ ਕੋਲ ਜਿਹੜਾ ਹੈ ਉਹ ਹੋਇਆ ਕਰਦਾ ਹੈ। ਉਸ ਤੋਂ ਬਾਅਦ ਜਿਹੜਾ ਕੇਂਦਰੀ ਬੈਂਕ ਹੈ ਉਹ ਸਰਕਾਰ ਦੇ ਬੈਂਕ ਦੇ ਤੌਰ ਤੇ ਕੰਮ ਕਰਦਾ ਹੈ, ਮਤਲਬ ਸਰਕਾਰ ਦੇ ਜਿੰਨੇ ਵੀ ਖਾਤੇ ਹੁੰਦੇ ਨੇ ਜਾਂ ਸਰਕਾਰ ਦੇ ਜਿੰਨੇ ਵੀ ਲੈਣ ਦੇਣ ਹੁੰਦੇ ਨੇ ਉਹ ਸਾਰੇ ਦੇ ਸਾਰੇ ਕੇਂਦਰੀ ਬੈਂਕ ਦੁਆਰਾ ਹੀ ਜਿਹੜਾ ਹੈ ਉਹ ਦੇਖੇ ਜਾਂਦੇ ਨੇ। ਫਿਰ ਜਿਹੜਾ ਕੇਂਦਰੀ ਬੈਂਕ ਹੈ ਉਹ ਬੈਂਕਾਂ ਦੇ ਬੈਂਕ ਦੇ ਤੌਰ ਤੇ ਕੰਮ ਕਰਦਾ ਹੈ, ਮਤਲਬ ਬੈਂਕਾਂ ਦੇ ਪੈਸੇ ਨੂੰ ਆਪਣੇ ਕੋਲ ਜਮ੍ਹਾਂ ਰੱਖਦਾ ਹੈ ਤੇ ਲੋੜ ਪੈਣ ਤੇ ਬੈਂਕਾਂ ਨੂੰ ਜਿਹੜਾ ਹੈ ਉਧਾਰ ਵੀ ਦਿਆ ਕਰਦਾ ਹੈ। ਫਿਰ ਵਪਾਰਕ ਬੈਂਕਾਂ ਦੀ ਨਿਗਰਾਨੀ ਦਾ ਕੰਮ ਕਰਦਾ ਹੈ ਵੀ ਜੋ ਕਾਨੂੰਨ ਵਪਾਰਕ ਬੈਂਕਾਂ ਵਾਸਤੇ ਬਣਾਏ ਗਏ ਨੇ ਕਿ ਵਪਾਰਕ ਬੈਂਕ ਉਹ ਸਾਰੇ ਕਾਨੂੰਨਾਂ ਦੀ ਪਾਲਣਾ ਕਰ ਰਹੇ ਨੇ ਕਿ ਨਹੀਂ ਕਰ ਰਹੇ, ਕੋਈ ਹਿਸਾਬ ਕਿਤਾਬ ਦੇ ਵਿੱਚ ਗੜਬੜ ਤਾਂ ਨਹੀਂ ਕਰ ਰਹੇ, ਕੋਈ ਵਿਆਜ ਜਿਹੜਾ ਜੋ ਕੇਂਦਰੀ ਬੈਂਕ ਨੇ ਕਿਹਾ ਉਹਦੇ ਤੋਂ ਉੱਪਰ ਜਾਂ ਨੀਚੇ ਤਾਂ ਨਹੀਂ ਜਾ ਰਹੇ, ਕੋਈ ਐਸਾ ਕੰਮ ਤਾਂ ਨਹੀਂ ਕਰ ਰਹੇ ਜਿਹੜਾ ਉਹਨਾਂ ਦੇ ਗਾਹਕਾਂ ਦੇ ਖਿਲਾਫ ਜਾਂਦਾ ਹੋਵੇ। ਤਾਂ ਇਹ ਸਾਰੀਆਂ ਨਿਗਰਾਨੀਆਂ ਜਿਹੜੀਆਂ ਨੇ ਉਹ ਕੌਣ ਕਰਦਾ ਹੈ? ਉਹ ਕੇਂਦਰੀ ਬੈਂਕ ਜਿਹੜਾ ਉਹ ਕਰਿਆ ਕਰਦਾ ਹੈ। ਫਿਰ ਜਿੰਨੀ ਵੀ ਆਪਣੇ ਦੇਸ਼ ਕੋਲ ਵਿਦੇਸ਼ੀ ਮੁਦਰਾ ਪਈ ਹੈ ਉਹ ਸਾਰੀ ਦੀ ਸਾਰੀ ਕਿਹਦੇ ਕੋਲ ਪਈ ਹੁੰਦੀ ਹੈ? ਉਹ ਕੇਂਦਰੀ ਬੈਂਕ ਕੋਲ ਪਈ ਹੁੰਦੀ ਹੈ। ਫਿਰ ਉਹ ਕੀ ਕਰਦਾ ਹੈ? ਬਹੁਤ ਸਾਰੇ ਅੰਕੜਿਆਂ ਨੂੰ ਇਕੱਠਾ ਕਰਦਾ ਹੈ ਤੇ ਉਹਨਾਂ ਨੂੰ ਛਪਵਾਉਂਦਾ ਵੀ ਹੈ, ਜਿਹਨੂੰ ਆਪਾਂ ਰਿਪੋਰਟ ਔਨ ਟ੍ਰੈਂਡਸ ਐਂਡ ਪ੍ਰੋਗਰੈਸ ਆਫ ਬੈਂਕਿੰਗ ਇਨ ਇੰਡੀਆ ਦੇ ਨਾਮ ਨਾਲ ਜਾਣਦੇ ਹਾਂ, ਜਿਹੜੀ ਕਿੱਥੇ ਅਵੇਲੇਬਲ ਹੈ? ਰਿਜ਼ਰਵ ਬੈਂਕ ਆਫ ਇੰਡੀਆ ਦੀ ਵੈਬਸਾਈਟ ਤੇ ਜਿਹੜੀ ਹੈ ਉਹ ਅਵੇਲੇਬਲ ਹੈ। ਤਾਂ ਇਹ 6 ਕੰਮ ਜਿਹੜੇ ਨੇ ਉਹ ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਡਿਸਕਸ ਕੀਤੇ ਸੀ। ਅੱਜ ਆਪਾਂ ਗੱਲ ਕਰਦੇ ਹਾਂ ਕੁਝ ਹੋਰ ਕੰਮਾਂ ਦੀ। ਨੰਬਰ 7 ਜਿਹੜਾ ਕੇਂਦਰੀ ਬੈਂਕ ਹੈ ਉਹ ਕੀ ਕਰਦਾ ਹੈ? ਉਹ ਵਪਾਰਕ ਬੈਂਕਾਂ ਦੇ ਲਈ ਆਖਰੀ ਕਰਜ਼ਦਾਤਾ ਦੇ ਤੌਰ ਤੇ ਜਿਹੜਾ ਹੈ ਉਹ ਕੰਮ ਕਰਦਾ ਹੈ। ਠੀਕ ਹੈ, ਤਾਂ ਆਖਰੀ ਕਰਜ਼ਦਾਤਾ ਜਿਹੜਾ ਹੈ ਉਹ ਕੀ ਹੋਇਆ? ਸੋਚੋ ਕਿ ਜਿਹੜੇ ਵਪਾਰਕ ਬੈਂਕ ਨੇ ਉਹਨਾਂ ਨੂੰ ਕਰਜ਼ੇ ਦੀ ਲੋੜ ਪੈ ਗਈ। ਠੀਕ ਹੈ, ਤਾਂ ਹੁਣ ਪਹਿਲੀ ਗੱਲ ਤਾਂ ਕੀ ਹੋਏਗੀ? ਜਿਹੜੇ ਵਪਾਰਕ ਬੈਂਕ ਨੇ ਉਹ ਲੋਕਾਂ ਨੂੰ ਕਹਿਣਗੇ ਕਿ ਲੋ ਜੀ ਸਾਡੇ ਕੋਲ ਆਓ ਤੇ ਪੈਸੇ ਜਿਹੜੇ ਨੇ ਉਹ ਜਮ੍ਹਾਂ ਕਰਾਓ। ਉਹਦੇ ਸੇ ਕੀ ਕਰਨਾ ਪਏਗਾ? ਜਿਹੜੇ ਵਪਾਰਕ ਬੈਂਕ ਨੇ ਉਹਨਾਂ ਨੂੰ ਥੋੜੀ ਜਿਹੀ ਵਿਆਜ ਜਿਹੜੀ ਹੈ ਉਹ ਵਧਾਣੀ ਪਏਗੀ ਤਾਂ ਕਿ ਲੋਕ
ਲੋਕਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਾ ਸਕੇ, ਵਿਆਜ ਦਾ ਲਾਲਚ ਦਿੱਤਾ ਜਾ ਸਕੇ, ਜਿੰਦੇ ਕਰਕੇ ਜਿਹੜੇ ਲੋਕ ਨੇ ਉਹ ਵਪਾਰਕ ਬੈਂਕਾਂ ਦੇ ਵਿੱਚ ਪੈਸਾ ਜਮ੍ਹਾਂ ਕਰਾਉਣ, ਤਾਂ ਵਪਾਰਕ ਬੈਂਕਾਂ ਦੀ ਜਿਹੜੀ ਪੈਸੇ ਦੀ ਜ਼ਰੂਰਤ ਹੈ ਉਹ ਪੂਰੀ ਹੋ ਜਾਵੇ। ਇੱਕ ਤਰੀਕਾ ਤਾਂ ਇਹ ਹੈ, ਮੰਨ ਲਓ ਜਿੰਨਾ ਪੈਸਾ ਚਾਹੀਦਾ ਸੀ ਉਹਨਾਂ ਨਹੀਂ ਮਿਲ ਪਾਇਆ, ਫਿਰ ਵਪਾਰਕ ਬੈਂਕ ਕੀ ਕਰੇਗਾ, ਉਹ ਦੂਜੇ ਵਪਾਰਕ ਬੈਂਕ ਦੀ ਮਦਦ ਲਏਗਾ। ਮੰਨ ਲਓ ਕਿ ਆਪਾਂ ਕਹੀਏ ਕਿ ਪੰਜਾਬ ਨੈਸ਼ਨਲ ਬੈਂਕ ਨੂੰ ਪੈਸੇ ਦੀ ਲੋੜ ਪੈ ਗਈ, ਤਾਂ ਉਹਨੂੰ ਲੱਗੇਗਾ ਸਟੇਟ ਬੈਂਕ ਆਫ ਇੰਡੀਆ ਜਿਹੜਾ ਨਾ ਉਹ ਇੰਡੀਆ ਦਾ ਸਭ ਤੋਂ ਵੱਡਾ ਬੈਂਕ ਹੈ, ਠੀਕ ਹੈ, ਵਪਾਰਕ ਬੈਂਕਾਂ ਦੇ ਵਿੱਚੋਂ ਸਭ ਤੋਂ ਵੱਡਾ ਬੈਂਕ ਜਿਹੜਾ ਹੈ ਉਹ ਸਟੇਟ ਬੈਂਕ ਆਫ ਇੰਡੀਆ ਹੈ, ਮੈਂ ਉਹਦੀ ਮਦਦ ਲੈ ਲੈਣਾ, तो ਉਹਦੇ ਤੋਂ ਮਦਦ ਲੈ ਲੇਗਾ। ਮੰਨ ਲਓ ਸਟੇਟ ਬੈਂਕ ਆਫ ਇੰਡੀਆ ਵੀ ਉਹਦੀ ਉਨੀ ਮਦਦ ਨਹੀਂ ਕਰ ਪਾਇਆ ਜਿੰਨੀ ਕਿ ਉਹਨੂੰ ਲੋੜ ਸੀ, ਫਿਰ ਉਹ ਕੀ ਕਰੇਗਾ, ਉਹ ਕੈਨਰਾ ਬੈਂਕ ਦੀ ਮਦਦ ਲੈ ਸਕਦਾ ਹੈ, HDFC ਬੈਂਕ ਦੀ ਮਦਦ ਲੈ ਸਕਦਾ ਹੈ। ਪਰ ਸੋਚੋ ਵੀ ਅਗਰ ਉਹਨੂੰ ਕਿਤੋਂ ਵੀ ਉਨੀ ਮਦਦ ਨਾ ਮਿਲੀ ਜਿੰਨੀ ਕਿ ਉਹਨੂੰ ਲੋੜ ਸੀ, ਫਿਰ ਉਹ ਕੀ ਕਰੇਗਾ, ਉਹ ਜਾਏਗਾ ਸਿੱਧਾ ਕੇਂਦਰੀ ਬੈਂਕ ਕੋਲ। ਹੁਣ ਕੇਂਦਰੀ ਬੈਂਕ ਹੀ ਉਹਦੀ ਕਰਜ਼ੇ ਸੰਬੰਧੀ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰੇਗਾ। ਕਿਉਂ? ਕਿਉਂਕਿ ਆਪਾਂ ਕਿਹਾ ਉਹ ਆਖਰੀ ਕਰਜ਼ਦਾਤਾ ਹੈ। ਆਖਰੀ ਕਰਜ਼ਦਾਤਾ ਮਤਲਬ ਤੁਸੀਂ ਸਮਝੋ ਕਿ ਵਪਾਰਕ ਬੈਂਕਾਂ ਦੀ ਆਖਰੀ ਉਮੀਦ ਹੈ ਜਿੱਥੋਂ ਉਹਨਾਂ ਨੂੰ ਕਰਜ਼ਾ ਜਿਹੜਾ ਹੈ ਉਹ ਮਿਲ ਸਕਦਾ ਹੈ। ਜੇ ਕੇਂਦਰੀ ਬੈਂਕ ਨੇ ਵੀ ਕਰਜ਼ਾ ਦੇਣ ਤੋਂ ਮਨਾ ਕਰਤਾ, ਫਿਰ ਉਸ ਵਪਾਰਕ ਬੈਂਕ ਨੂੰ ਕਿਤੋਂ ਕਰਜ਼ਾ ਨਹੀਂ ਮਿਲਣਾ। ਮਤਲਬ ਜਿਹੜੀਆਂ ਵੀ ਕਰਜ਼ੇ ਸੰਬੰਧੀ ਜ਼ਰੂਰਤਾਂ ਨੇ ਉਹਦੇ ਵਾਸਤੇ ਲਾਸਟ ਦੇ ਵਿੱਚ ਜਾ ਕੇ, ਅਖੀਰ ਦੇ ਵਿੱਚ ਜਾ ਕੇ ਕੌਣ ਉਮੀਦ ਬਚਦੀ ਹੈ, ਕੇਂਦਰੀ ਬੈਂਕ ਬਚਦਾ ਹੈ। ਤਾਂ ਕੇਂਦਰੀ ਬੈਂਕ ਕੀ ਕਰਦਾ ਹੈ, ਜਿੰਨੇ ਵੀ ਆਦੇ ਅੰਡਰ ਵਪਾਰਕ ਬੈਂਕ ਕੰਮ ਕਰ ਰਹੇ ਨੇ ਉਹਨਾਂ ਦੀਆਂ ਕਰਜ਼ੇ ਸੰਬੰਧੀ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰਦਾ ਹੈ। ਜਦੋਂ ਵੀ ਉਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਤਾਂ ਜਿਹੜੇ ਵਪਾਰਕ ਬੈਂਕ ਨੇ ਉਹ ਕਿੰਦੇ ਕੋਲ ਜਾ ਸਕਦੇ ਨੇ, ਉਹ ਕੇਂਦਰੀ ਬੈਂਕ ਦੇ ਕੋਲ ਜਿਹੜਾ ਹੈ ਉਹ ਜਾ ਸਕਦੇ ਨੇ ਤੇ ਆਪਣੀਆਂ ਕਰਜ਼ੇ ਦੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਸਕਦੇ ਨੇ। ਪਰ ਅਗਰ ਇੱਥੋਂ ਨਹੀਂ ਮਿਲਿਆ ਫਿਰ ਮਿਲੇਗਾ ਵੀ ਨਹੀਂ, ਫਿਰ ਹੋਰ ਕਿਤੋਂ ਨਹੀਂ ਮਿਲਣਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਕੇਂਦਰੀ ਬੈਂਕ ਹੈ ਉਹ ਕੀ ਕਰਦਾ ਹੈ, ਉਹ ਮੁਦਰਾ ਦੀ ਪੂਰਤੀ ਜਾਂ ਇਹਨੂੰ ਆਪਾਂ ਕੀ ਕਹਿ ਸਕਦੇ ਆ, ਸਾਖ। ਸਾਖ ਕੀ ਹੁੰਦਾ ਹੈ, ਉਧਾਰ, ਤੇ ਕੀ ਕਰਦਾ ਹੈ ਤੇ ਆਪਣਾ ਨਿਯੰਤਰਣ ਜਿਹੜਾ ਹੈ ਉਹ ਰੱਖਿਆ ਕਰਦਾ ਹੈ। ਮੈਂ ਆਲਰੇਡੀ ਗੱਲ ਕੀਤੀ ਕਿ ਨਿਯੰਤਰਣ ਤੋਂ ਮਤਲਬ ਜਿਹੜਾ ਹੈ ਉਹ ਇਹ ਨਹੀਂ ਸਮਝਣਾ ਵੀ ਨਿਯੰਤਰਣ ਦਾ ਮਤਲਬ ਉਸ ਚੀਜ਼ ਨੂੰ ਘਟਾਉਣਾ ਹੁੰਦਾ ਹੈ। ਨਿਯੰਤਰਣ ਦਾ ਮਤਲਬ ਘਟਾਉਣਾ ਨਹੀਂ ਹੁੰਦਾ। ਨਿਯੰਤਰਣ ਦਾ ਮਤਲਬ ਹੁੰਦਾ ਹੈ ਉਹਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣਾ, ਆਪਣੇ ਹੱਥ ਦੇ ਵਿੱਚ ਰੱਖਣਾ। ਮਤਲਬ ਜਦੋਂ ਤਾਂ ਲੋੜ ਹੋਏਗੀ ਉਦੋਂ ਤਾਂ ਉਧਾਰ ਕੀ ਕਰਾਂਗੇ, ਜ਼ਿਆਦਾ ਦੇਾਂਗੇ, ਜਦੋਂ ਲੋੜ ਹੋਏਗੀ ਉਦੋਂ ਕੀ ਕਰਾਂਗੇ, ਘੱਟ ਦੇਾਂਗੇ। ਤਾਂ ਕੇਂਦਰੀ ਬੈਂਕ ਜਿਹੜਾ ਹੈ ਉਹ ਕੀ ਕਰਦਾ ਹੈ, ਉਹ ਅਰਥ ਵਿਵਸਥਾ ਦੇ ਹਾਲਾਤ ਵੇਖਦਾ ਹੈ ਵੀ ਅਰਥ ਵਿਵਸਥਾ ਦੇ ਵਿੱਚ ਮੰਦੀ ਚੱਲ ਰਹੀ ਹੈ ਕਿ ਤੇਜ਼ੀ ਚੱਲ ਰਹੀ ਹੈ। ਜੇ ਤਾਂ ਚੱਲ ਰਹੀ ਹੈ ਮੰਦੀ, ਫਿਰ ਕੀ ਹੋਏਗਾ, ਅਰਥ ਵਿਵਸਥਾ ਦੇ ਵਿੱਚ ਮੰਗ ਜਿਹੜੀ ਹੈ ਉਹ ਘੱਟ ਹੋਏਗੀ। ਹੁਣ ਜੇ ਮੰਗ ਘੱਟ ਹੈ ਤਾਂ ਉਹਨੂੰ ਕੀ ਕਰਨਾ ਹੈ, ਵਧਾਉਣਾ ਹੈ। ਵਧਾਉਣ ਵਾਸਤੇ ਕੀ ਕਰਨਾ ਪਏਗਾ, ਲੋਕਾਂ ਨੂੰ ਪੈਸਾ ਦੇਣਾ ਪਏਗਾ। ਤਾਂ ਕੇਂਦਰੀ ਬੈਂਕ ਕੀ ਕਰੇਗਾ, ਵਪਾਰਕ ਬੈਂਕਾਂ ਨੂੰ ਕਹੇਗਾ ਕਿ ਦੇਖੋ ਅਰਥ ਵਿਵਸਥਾ ਦੇ ਵਿੱਚ ਮੰਦੀ ਹੈ, ਮੰਦੀ ਹੋਣ ਨਾਲ ਮੰਗ ਘੱਟ ਹੋ ਗਈ ਹੈ, ਆਪਾਂ ਮੰਗ ਨੂੰ ਵਧਾਉਣਾ ਹੈ ਤਾਂ ਕਿ ਆਪਾਂ ਕੀ ਕਰ ਸਕੀਏ, ਘੱਟ ਮੰਗ ਦੀ ਸਮੱਸਿਆ ਜਿਹੜੀ ਹੈ ਉਹਨੂੰ ਆਪਾਂ ਹੱਲ ਕਰ ਸਕੀਏ। ਤਾਂ ਲੋਕਾਂ ਨੂੰ ਕਰਜ਼ੇ ਜ਼ਿਆਦਾ ਦਿਓ, ਲੋਕਾਂ ਨੂੰ ਉਧਾਰ ਜ਼ਿਆਦਾ ਦਿਓ ਤਾਂ ਕਿ ਲੋਕਾਂ ਦੇ ਹੱਥ ਵਿੱਚ ਪੈਸਾ ਆਵੇ, ਲੋਕੀ ਮੰਗ ਕਰਨ, ਤਾਂ ਜਿਸ ਕਰਕੇ ਘੱਟ ਮੰਗ ਦੀ ਸਮੱਸਿਆ ਜਿਹੜੀ ਹੈ ਉਹਨੂੰ ਆਪਾਂ ਹੱਲ ਕਰ ਸਕੀਏ। ਉਲਟਾ ਜੇ ਮੰਨ ਲਓ ਅਰਥ ਵਿਵਸਥਾ ਵਿੱਚ ਤੇਜ਼ੀ ਚੱਲ ਰਹੀ ਹੈ, ਮਹਿੰਗਾਈ ਚੱਲ ਰਹੀ ਹੈ, ਤਾਂ ਕੇਂਦਰੀ ਬੈਂਕ ਜਿਹੜਾ ਹੈ ਉਹ ਵਪਾਰਕ ਬੈਂਕਾਂ ਨੂੰ ਕਹੇਗਾ ਕਿ ਪਹਿਲਾਂ ਹੀ ਅਰਥ ਵਿਵਸਥਾ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਹੈ, ਕੀਮਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਨੇ, ਜੇ ਤੁਸੀਂ ਕਰਜ਼ਾ ਜ਼ਿਆਦਾ ਦਿੱਤਾ ਤਾਂ ਲੋਕਾਂ ਦੇ ਹੱਥ ਵਿੱਚ ਪੈਸਾ ਹੋਰ ਆ ਜਾਣਾ ਹੈ। ਲੋਕਾਂ ਨੇ ਕੀ ਕਰਨਾ ਹੈ, ਮੰਗ ਹੋਰ ਜ਼ਿਆਦਾ ਕਰਨੀ ਸ਼ੁਰੂ ਕਰ ਦੇਣੀ ਹੈ, ਮੰਗ ਹੋਰ ਵੱਧ ਜਾਏਗੀ, ਕੀਮਤਾਂ ਹੋਰ ਵੱਧ ਜਾਣਗੀਆਂ, ਤਾਂ ਆਪਣੇ ਵਾਸਤੇ ਸਮੱਸਿਆ ਹੋਰ ਜ਼ਿਆਦਾ ਪੈਦਾ ਹੋ ਜਾਏਗੀ। ਹੁਣ ਆਪਾਂ ਕੀ ਕਰਨਾ ਹੈ, ਮੰਗ ਆਲਰੇਡੀ ਬਹੁਤ ਜ਼ਿਆਦਾ ਹੈ, ਆਪਾਂ ਉਹਨੂੰ ਘਟਾਣਾ ਹੈ। ਘਟਾਉਣ ਵਾਸਤੇ ਕੀ ਕਰਨਾ ਪਏਗਾ, ਲੋਕਾਂ ਨੂੰ ਪੈਸਾ ਘੱਟ ਦੇਣਾ ਪਏਗਾ, ਲੋਕਾਂ ਦੇ ਹੱਥ ਵਿੱਚ ਪੈਸਾ ਘੱਟ ਆਉਣਾ ਚਾਹੀਦਾ ਹੈ। ਤਾਂ ਕੀ ਕਰੋ, ਲੋਕਾਂ ਨੂੰ ਕਰਜ਼ਾ ਜਿਹੜਾ ਹੈ ਜਾਂ ਜੋ ਸਾਖ ਹੈ ਉਹ ਕੀ ਕਰੋ, ਘੱਟ ਦਿਓ ਤਾਂ ਕਿ ਲੋਕਾਂ ਦੇ ਹੱਥ ਵਿੱਚ ਪੈਸਾ ਘੱਟ ਆਵੇ, ਲੋਕੀ ਮੰਗ ਘੱਟ ਕਰਨ, ਜਿਸ ਕਰਕੇ ਆਪਾਂ ਵੱਧ ਮੰਗ ਦੀ ਸਮੱਸਿਆ ਜਿਹੜੀ ਹੈ ਉਹਨੂੰ ਹੱਲ ਕਰ ਸਕੀਏ। ਯਾਨੀ ਜਿਹੜੀ ਮੁਦਰਾ ਦੀ ਪੂਰਤੀ ਹੈ ਉਹਦੇ ਦੁਆਰਾ ਕੀ ਕੀਤਾ ਜਾਂਦਾ ਹੈ, ਅਰਥ ਵਿਵਸਥਾ ਦੇ ਵਿੱਚ ਜਿੰਨੀ ਸਾਖ ਦਿੱਤੀ ਜਾਂਦੀ ਹੈ, ਜਿੰਨਾ ਉਧਾਰ ਦਿੱਤਾ ਜਾਂਦਾ ਹੈ, ਉਹਦੇ ਉੱਪਰ ਨਿਯੰਤਰਣ ਕਰ ਲਿਆ ਜਾਂਦਾ ਹੈ। ਤੇ ਇਹਦੇ ਨਾਲ ਕੀ ਕੀਤਾ ਜਾਂਦਾ ਹੈ, ਅਰਥ ਵਿਵਸਥਾ ਦੇ ਵਿੱਚ ਕੀਮਤਾਂ ਤੇ ਨਿਯੰਤਰਣ ਜਿਹੜਾ ਹੈ ਉਹ ਵੀ ਕਰ ਦਿੱਤਾ ਜਾਂਦਾ ਹੈ। ਮਤਲਬ ਜਿਹੜਾ ਕੇਂਦਰੀ
केंद्रीय बैंक है ਉਹ ਕੀ ਕਰਦਾ ਹੈ ਆਪਣੇ ਦੇਸ਼ ਦੇ ਵਿੱਚ ਕੀਮਤਾਂ ਨੂੰ ਸਥਿਰ ਬਣਾ ਕੇ ਰੱਖਣ ਦਾ ਕੰਮ ਕਰਦਾ ਹੈ। ਹੁਣ ਯਾਦ ਰੱਖਣਾ ਜਦੋਂ ਮੈਂ ਇਹ ਬੋਲੂੰਗਾ ਕਿ ਕੀਮਤਾਂ ਨੂੰ ਸਥਿਰ ਬਣਾ ਕੇ ਰੱਖਣ ਦਾ ਕੰਮ ਕਰਦਾ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕੀਮਤਾਂ ਬਿਲਕੁਲ ਸਥਿਰ ਹੋ ਗਈਆਂ। ਦੇਖੋ ਕੀਮਤਾਂ ਦੇ ਵਿੱਚ ਸਥਿਰਤਾ ਦਾ ਮਤਲਬ ਇਹ ਹੈ ਵੀ ਜੇਕਰ ਕੀਮਤਾਂ ਦੇ ਵਿੱਚ ਥੋੜੇ ਬਹੁਤੇ ਉਤਾਰ ਚੜਾਵ ਜਿਹੜੇ ਨੇ ਆ ਰਹੇ ਨੇ ਤਾਂ ਉਹ ਅੱਛੇ ਹੁੰਦੇ ਨੇ। ਦੇਖੋ ਕੀਮਤਾਂ 'ਚ ਉਤਾਰ ਚੜਾਵ ਆਨੇ ਆਪਾਂ ਨੂੰ ਕੀ ਕਹਿੰਦੇ ਆ ਆਪਾਂ ਨੂੰ ਮਹਿੰਗਾਈ ਕਹਿੰਦੇ ਆ ਵੀ ਜੇ ਕੀਮਤਾਂ ਵਧ ਗਈਆਂ ਤਾਂ ਉਹਨੂੰ ਮਹਿੰਗਾਈ ਕਹਾਂਗੇ, ਕੀਮਤਾਂ ਘਟ ਗਈਆਂ ਤਾਂ ਆਪਾਂ ਨੂੰ ਮੰਦੀ ਕਹਾਂਗੇ। ਆਪਾਂ ਬਿਲਕੁਲ ਇਹ ਨਹੀਂ ਕਹਿ ਸਕਦੇ ਕਿ ਕੀਮਤਾਂ ਨੂੰ ਬਿਲਕੁਲ ਸਥਿਰ ਕਰ ਦਿਓ, ਨਹੀਂ ਥੋੜੇ ਬਹੁਤੇ ਉਤਾਰ ਚੜਾਵ ਆਨੇ ਚਾਹੀਦੇ ਨੇ। ਕਿਉਂ? ਦੇਖੋ ਜੇ ਕੀਮਤਾਂ ਵਧਦੀਆਂ ਨੇ ਤਾਂ ਕੀ ਹੁੰਦਾ ਹੈ ਜਿਹੜੇ ਲੋਕ ਚੀਜ਼ਾਂ ਖਰੀਦਣ ਵਾਲੇ ਨੇ ਉਹਨਾਂ ਨੂੰ ਨੁਕਸਾਨ ਹੁੰਦਾ ਹੈ। ਜੇ ਕੀਮਤਾਂ ਘਟਦੀਆਂ ਨੇ ਤਾਂ ਚੀਜ਼ਾਂ ਵੇਚਣ ਵਾਲੇ ਨੂੰ ਨੁਕਸਾਨ ਹੁੰਦਾ ਹੈ, ਤਾਂ ਉਤਪਾਦਕ ਨੂੰ ਨੁਕਸਾਨ ਹੋਏਗਾ, ਉਹ ਚੀਜ਼ਾਂ ਘੱਟ ਬਣਾਏਗਾ, ਰੋਜ਼ਗਾਰ ਘਟ ਜਾਏਗਾ, ਆਮਦਨ ਘਟ ਜਾਏਗੀ, ਦੇਸ਼ ਬਰਬਾਦੀ ਵੱਲ ਜਾਣਾ ਸ਼ੁਰੂ ਕਰ ਦੇਗਾ। ਆਪਾਂ ਕੀਮਤਾਂ ਘਟਵਾ ਵੀ ਨਹੀਂ ਸਕਦੇ ਤੇ ਕੀਮਤਾਂ ਵਧਵਾ ਵੀ ਨਹੀਂ ਸਕਦੇ। ਠੀਕ ਹੈ, ਤਾਂ ਕੀ ਕੀਤਾ ਜਾਂਦਾ ਹੈ ਇਹ ਦੇਖਿਆ ਜਾਂਦਾ ਹੈ ਕਿ ਜੇਕਰ ਅਰਥ ਵਿਵਸਥਾ ਦੇ ਵਿੱਚ ਮਹਿੰਗਾਈ ਆ ਵੀ ਰਹੀ ਹੈ ਤਾਂ ਅਗਰ ਥੋੜੀ ਬਹੁਤੀ ਮਹਿੰਗਾਈ ਆਉਂਦੀ ਹੈ ਨਾ ਤਾਂ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮਹਿੰਗਾਈ ਦੇਖੋ ਕਈ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਇੱਕ ਜਿਹੜੀ ਮਹਿੰਗਾਈ ਹੈ ਮੈਂ ਥੋੜਾ ਜਿਹਾ ਇੱਥੇ ਆਪਾਂ ਨੂੰ ਡਾਇਵਰਟ ਕਰਨ ਲੱਗਿਆ। ਪਹਿਲਾ ਜਿਹੜਾ ਮਹਿੰਗਾਈ ਹੁੰਦੀ ਹੈ ਨਾ ਉਹਨੂੰ ਆਪਾਂ ਕਹਿੰਦੇ ਆ ਕ੍ਰੀਪਿੰਗ ਇਨਫਲੇਸ਼ਨ। ਕ੍ਰੀਪਿੰਗ ਇਨਫਲੇਸ਼ਨ, ਇਨਫਲੇਸ਼ਨ ਕੀ ਹੋਇਆ ਮਹਿੰਗਾਈ, ਕ੍ਰੀਪਿੰਗ ਕ੍ਰੀਪ ਕਰਨਾ, ਕ੍ਰੀਪ ਹੁੰਦਾ ਰੇਂਗਣਾ, ਇਹਨੂੰ ਕਹਿੰਦੇ ਆ ਰੇਂਗਦੀ ਹੋਈ ਮਹਿੰਗਾਈ। ਰੇਂਗਦੀ ਮਤਲਬ ਛੋਟੇ ਬੱਚੇ ਨੂੰ ਪਕੜ ਲਓ, ਛੋਟਾ ਬੱਚਾ ਕੀ ਕਰਦਾ ਹੈ ਬਹੁਤ ਛੋਟਾ ਬੱਚਾ ਹੈ ਜਿਹੜਾ ਤਕਰੀਬਨ ਸੋਚੋ 5-6 ਮਹੀਨੇ ਦਾ ਹੈ ਜਾਂ 7 ਮਹੀਨੇ ਦਾ ਹੈ, ਉਹ ਕੀ ਕਰੇਗਾ ਉਹ ਰੇਂਗੇਗਾ ਜ਼ਮੀਨ ਤੇ। ਜਦੋਂ ਰੇਂਗਦਾ ਹੈ ਤਾਂ ਬੜੀ ਹੌਲੀ ਹੌਲੀ ਰੇਂਗਦਾ ਹੈ ਨਾ, ਕਿਉਂਕਿ ਉਹਨੂੰ ਚੱਲਣਾ ਤਾਂ ਆਂਦਾ ਨਹੀਂ। ਤਾਂ ਅਗਰ ਆਪਾਂ ਇਹ ਕਹੀਏ ਵੀ ਅਰਥ ਵਿਵਸਥਾ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਉਹ ਬਿਲਕੁਲ ਹੌਲੀ ਹੌਲੀ ਵਧ ਰਹੀਆਂ ਨੇ, ਰੇਂਗ ਰਹੀਆਂ ਨੇ, ਉਹਨੂੰ ਆਪਾਂ ਕੀ ਕਹਾਂਗੇ ਰੇਂਗਦੀ ਹੋਈ ਮਹਿੰਗਾਈ ਜਿਹੜੀ ਹੈ ਉਹ ਕਹਿ ਦਿਆਂਗੇ। ਕ੍ਰੀਪਿੰਗ ਵਰਡ ਅਗਰ ਨਹੀਂ ਸਮਝ ਆ ਰਿਹਾ ਤਾਂ ਆਪਾਂ ਕੀ ਕਰ ਸਕਦੇ ਹਾਂ ਕ੍ਰੀਪਿੰਗ ਥਾਂ ਤੇ ਕੀ ਲਿਖ ਸਕਦੇ ਹਾਂ ਰੇਂਗਦੀ ਹੋਈ ਮਹਿੰਗਾਈ। ਠੀਕ ਹੈ, ਯਾਨੀ ਇਹਦੇ ਵਿੱਚ ਕੀ ਹੋਏਗਾ ਕੀਮਤਾਂ ਬਦਲ ਗਿਆ ਤਾਂ ਸਹੀ ਪਰ ਬਿਲਕੁਲ ਥੋੜੀਆਂ ਥੋੜੀਆਂ ਬਦਲਣੀਆਂ। ਮਤਲਬ ਅਗਰ ਸੋਚੋ ਵੀ ਅਗਰ ਤੁਹਾਡੇ ਦੇਸ਼ ਦੇ ਵਿੱਚ 10 ਸਾਲ ਦੇ ਵਿੱਚ ਕੀਮਤਾਂ ਜਿਹੜੀਆਂ ਨੇ ਉਹ 3 ਲੈ ਕੇ 4-5% ਵੱਧ ਜਾਣ ਤਾਂ ਕੀ ਫਰਕ ਪਏਗਾ। ਸੋਚੋ 10 ਸਾਲ ਪਹਿਲਾਂ ਇੱਕ ਚੀਜ਼ 100 ਰੁਪਏ ਦੀ ਸੀ, ਅੱਜ 10 ਸਾਲ ਬਾਅਦ ਉਹ ਚੀਜ਼ ਜਿਹੜੀ ਹੈ 105 ਰੁਪਏ ਦੀ ਹੈ, ਕੋਈ ਫਰਕ ਨਹੀਂ ਪਏਗਾ। ਠੀਕ ਹੈ ਨਾ, ਤਾਂ ਥੋੜੀ ਬਹੁਤੀ ਅਗਰ ਕੀਮਤਾਂ ਵੱਧ ਜਾਂਦੀਆਂ ਨੇ ਉਹਨੂੰ ਆਪਾਂ ਮਹਿੰਗਾਈ ਜਿਹੜੀ ਹੈ ਉਹ ਕਹਿੰਦੇ ਵੀ ਨਹੀਂ ਹੈਗੇ। ਦੇਖੋ ਹੁਣ ਕੀ ਹੋਏਗਾ, ਹੁਣ ਬੱਚਾ ਰੇਂਗ ਰਿਹਾ ਹੈ ਨਾ, ਤਾਂ ਰੇਂਗ ਰਿਹਾ ਤਾਂ ਹੌਲੀ ਹੌਲੀ ਰੇਂਗੇਗਾ, ਉਹਨੂੰ ਕੀ ਕਹਾਂਗੇ ਰੇਂਗਦੀ ਹੋਈ ਮਹਿੰਗਾਈ। ਮਤਲਬ ਇਹ ਮਹਿੰਗਾਈ ਕਿਦੋਂ ਹੋਏਗੀ ਜਦੋਂ ਅਰਥ ਵਿਵਸਥਾ ਦੇ ਵਿੱਚ ਕੀਮਤਾਂ ਜਿਹੜੀਆਂ ਨੇ ਉਹ 3% ਤੋਂ ਲੈ ਕੇ 5% ਬਦਲਣਗੀਆਂ। ਕਦੋਂ 10 ਸਾਲ ਦੇ ਦੌਰਾਨ, ਕਿਉਂਕਿ ਮਹਿੰਗਾਈ ਜਿਹੜੀ ਹੈ ਇਨਫਲੇਸ਼ਨ ਜਿਹੜਾ ਹੈ ਆਪਾਂ ਆਲਰੇਡੀ ਗੱਲ ਕੀਤੀ ਸੀ ਕਿ ਮਹਿੰਗਾਈ ਕੀਮਤਾਂ ਦਾ ਬਦਲਣਾ ਨਹੀਂ ਹੁੰਦੀ, ਮਹਿੰਗਾਈ ਹੁੰਦੀ ਹੈ ਜਦੋਂ ਕੀਮਤਾਂ ਬੜੇ ਲੰਬੇ ਟਾਈਮ ਤੱਕ ਜਿਹੜਾ ਲਗਾਤਾਰ ਵਧਦੀਆਂ ਨੇ ਉਹਨੂੰ ਆਪਾਂ ਮਹਿੰਗਾਈ ਕਹਿੰਦੇ ਆ। ਕਿਉਂਕਿ ਮੈਂ ਮਹਿੰਗਾਈ ਵਰਡ ਨੂੰ ਐਕਸਪਲੇਨ ਕੀਤਾ ਸੀ ਇਨਫਲੇਸ਼ਨ। ਇਨਫਲੇਸ਼ਨ ਹੁੰਦਾ ਹੈ ਇਨਫਲੇਟ ਕਰਨਾ, ਫੁਲਾਣਾ, ਜਿਵੇਂ ਆਪਾਂ ਗੁਬਾਰਾ ਫੁਲਾਉਂਦੇ ਆ। ਹੁਣ ਜੇ ਆਪਾਂ ਗੁਬਾਰਾ ਫੁਲਾਣਾ ਹੈ ਤਾਂ ਆਪਾਂ ਨੂੰ ਲਗਾਤਾਰ ਉਸ ਗੁਬਾਰੇ ਦੇ ਵਿੱਚ ਹਵਾ ਭਰਨੀ ਪਏਗੀ ਤਾਂ ਗੁਬਾਰਾ ਫੁੱਲੇਗਾ। ਅਗਰ ਇੱਕ ਵਾਰੀ ਹਵਾ ਭਰ ਕੇ ਛੱਡਤਾ ਤਾਂ ਗੁਬਾਰੇ ਨੇ ਕਦੇ ਫੁੱਲਣਾ ਹੀ ਨਹੀਂ ਹੈ। ਤਾਂ ਗੁਬਾਰੇ ਵਿੱਚ ਜੋ ਹਵਾ ਭਰੀ ਜਾ ਰਹੀ ਹੈ ਨਾ ਤੁਸੀਂ ਸਮਝੋ ਵੀ ਉਹ ਕੀ ਹੈ ਉਹ ਕੀਮਤਾਂ ਦਾ ਵਧਣਾ ਹੈ। ਲਗਾਤਾਰ ਕੀਮਤਾਂ ਵਧਦੀਆਂ ਜਾਣਗੀਆਂ ਤਾਂ ਕੀ ਹੋਏਗਾ ਗੁਬਾਰਾ ਫੁੱਲ ਜਾਏਗਾ, ਪਤਾ ਨਹੀਂ ਮਹਿੰਗਾਈ ਆ ਗਈ। ਤਾਂ ਲੰਬਾ ਟਾਈਮ ਹੋਣਾ ਚਾਹੀਦਾ ਹੈ। ਲੰਬਾ ਟਾਈਮ ਕਿੰਨਾ ਲੈ ਲਿਆ 10 ਸਾਲ ਲੈ ਲਿਆ। 10 ਸਾਲਾਂ ਦੇ ਦੌਰਾਨ ਕੀਮਤਾਂ ਜਿਹੜੀਆਂ ਨੇ 3 ਤੋਂ ਲੈ ਕੇ 5% ਤੱਕ ਵਧ ਗਈਆਂ। ਆਪਾਂ ਨੂੰ ਰੇਂਗਦੀ ਹੋਈ ਮਹਿੰਗਾਈ ਕਹਾਂਗੇ ਕਿ ਬਿਲਕੁਲ ਰੇਂਗ ਰਹੀ ਹੈ। ਹੁਣ ਕੀ ਹੋਏਗਾ, ਹੁਣ ਬੱਚਾ ਥੋੜਾ ਜਿਹਾ ਵੱਡਾ ਹੋ ਗਿਆ, ਹੁਣ ਜੇ ਵੱਡਾ ਹੋਏਗਾ ਤਾਂ ਕੀ ਹੋਏਗਾ ਹੁਣ ਰੇਂਗੇਗਾ ਥੋੜੀ, ਹੁਣ ਤਾਂ ਚੱਲੇਗਾ। ਜੇ ਚੱਲੇਗਾ ਤਾਂ ਆਪਾਂ ਨੂੰ ਕੀ ਕਹਾਂਗੇ, ਆਪਾਂ ਕਹਾਂਗੇ ਚਲਦੀ ਹੋਈ ਮਹਿੰਗਾਈ। ਹੁਣ ਚਲਦੀ ਹੋਈ ਮਹਿੰਗਾਈ ਨੂੰ ਆਪਾਂ ਕੀ ਕਹਿੰਦੇ ਆ ਵਾਕਿੰਗ ਇਨਫਲੇਸ਼ਨ। ਬੱਚਾ ਵਾਕ ਕਰ ਰਿਹਾ ਹੈ, ਹੁਣ ਕੀ ਹੋਏਗਾ ਹੁਣ ਰੇਂਗੇਗਾ ਤਾਂ ਹੌਲੀ ਹੌਲੀ, ਜੇ ਤੁਰੇਗਾ ਤਾਂ ਥੋੜੀ ਜਿਹੀ ਸਪੀਡ ਵੱਧ ਜਾਏਗੀ। ਯਾਨੀ ਅਗਰ 10 ਸਾਲ ਦੇ ਵਿੱਚ ਕੀਮਤਾਂ ਜਿਹੜੀਆਂ ਨੇ 10% ਤੋਂ ਲੈ ਕੇ 20% ਤੱਕ ਵੱਧ ਜਾਂਦੀਆਂ ਨੇ ਤਾਂ ਆਪਾਂ ਕਹਿੰਦੇ ਆ ਚਲਦੀ ਹੋਈ ਮਹਿੰਗਾਈ। ਬੱਚੇ ਨੇ ਹੁਣ ਚੱਲਣਾ ਸ਼ੁਰੂ ਕਰਤਾ, ਥੋੜੀ ਜਿਹੀ ਸਪੀਡ ਜਿਹੜੀ ਹੈ ਉਹਦੀ ਵੱਧ ਗਈ। ਹੁਣ ਕੀ ਹੋਏਗਾ, ਹੁਣ
ਬੱਚੇ ਪਹਿਲਾਂ ਕੀ ਹੋਏਗਾ, ਰੇਂਗੇਗਾ, ਫਿਰ ਕੀ ਹੋਏਗਾ, ਤੁਰੇਗਾ, ਫਿਰ ਕੀ ਹੋਏਗਾ, ਭੱਜਣਾ ਸ਼ੁਰੂ ਕਰ ਦੇਗਾ। ਉਹਨੂੰ ਆਪਾਂ ਕਹਿੰਦੇ ਆ ਰਨਿੰਗ ਇਨਫਲੇਸ਼ਨ, ਯਾਨੀ ਕੀ ਹੋਇਆ, ਭੱਜਦੀ ਹੋਈ ਮਹਿੰਗਾਈ। ਹੁਣ ਕੀ ਹੋਇਆ, ਹੁਣ ਬੱਚਾ ਜਿਹੜਾ ਹੈ ਉਹ ਭੱਜ ਪਿਆ, ਭੱਜੇਗਾ ਤਾਂ ਸਪੀਡ ਹੋਰ ਤੇਜ਼ ਹੋ ਜਾਏਗੀ। ਯਾਨੀ ਅਗਰ ਕੀਮਤਾਂ ਜਿਹੜੀਆਂ ਨੇ ਉਹ 20 ਤੋਂ ਲੈ ਕੇ अगर 50% तक ਵੱਧ ਜਾਂਦੀਆਂ ਨੇ 10 ਸਾਲਾਂ ਦੇ ਦੌਰਾਨ, ਤਾਂ ਆਪਾਂ ਨੂੰ ਕੀ ਕਵਾਂਗੇ, ਉਹਨੂੰ ਆਪਾਂ ਭੱਜਦੀ ਹੋਈ ਮਹਿੰਗਾਈ ਜਿਹੜੀ ਹੈ ਉਹ ਕਹਿ ਦਿਆਂਗੇ। ਹੁਣ ਕੀ ਹੋਇਆ, ਬੱਚੇ ਨੇ ਭੱਜਣਾ ਸ਼ੁਰੂ ਕੀਤਾ ਸੀ, ਹੁਣ ਬੱਚਾ ਤੁਹਾਡਾ ਮਿਲਖਾ ਸਿੰਘ ਬਣ ਗਿਆ, ਮਤਲਬ ਉਹਨੇ ਸਪੀਡ ਫੜ ਲਈ। ਜੇ ਸਪੀਡ ਫੜ ਲਈ ਉਹਨੂੰ ਆਪਾਂ ਕਹਿੰਦੇ ਆ ਹਾਈਪਰ ਇਨਫਲੇਸ਼ਨ। हाइपर भी होता है अति महंगाई, अति अति मतलब बहुत ज्यादा, यानी अगर कीमतां जड़ियां ने वो 50% तो भी वध हो जान ਤਾਂ ਉਹਨੂੰ ਆਪਾਂ ਕੀ ਕਹਾਂਗੇ, अति महंगाई ਜਿਹੜੀ ਹੈ ਉਹ ਕਹਿ ਦਿਆਂਗੇ। ਤਾਂ ਧਿਆਨ ਰੱਖਣਾ, ਜਦੋਂ ਵੀ ਆਪਾਂ ਮਹਿੰਗਾਈ ਵਰਡ ਯੂਜ਼ ਕਰਦੇ ਆ, ਆਪਣਾ ਮਤਲਬ ਚਲਦੀ ਭਜਦੀ ਤੇ ਹਾਈਪਰ ਤੋਂ ਹੁੰਦਾ ਹੈ ਜਿਹੜੀ ਰੇਂਗਦੀ ਹੋਈ ਮਹਿੰਗਾਈ ਹੈ। ਅਗਰ ਕੀਮਤਾਂ ਥੋੜੀਆਂ ਬਹੁਤੀਆਂ ਚੇਂਜ ਹੋ ਰਹੀਆਂ ਨੇ, ਉਹਨੂੰ ਵੀ ਆਪਾਂ ਕੀਮਤ ਸਥਿਰਤਾ ਦੇ ਵਿੱਚ ਹੀ ਸ਼ਾਮਿਲ ਕਰਦੇ ਆ। ਤਾਂ ਰਿਜ਼ਰਵ ਬੈਂਕ ਕੀ ਕਰਦਾ ਹੈ, ਮੁਦਰਾ ਦੀ ਪੂਰਤੀ ਤੇ ਨਿਯੰਤਰਣ ਕਰਦਾ ਹੈ। ਉਹਦੇ ਨਾਲ ਉਹ ਕੀ ਕਰੇਗਾ, ਉਧਾਰ ਤੇ ਨਿਯੰਤਰਣ ਕਰ ਲੈਂਦਾ ਹੈ ਕਿ ਜੇ ਮੈਂ ਕੇਂਦਰੀ ਬੈਂਕ ਬਣ ਕੇ ਵਪਾਰਕ ਬੈਂਕਾਂ ਨੂੰ ਪੈਸਾ ਦੇਵਾਂਗਾ ਹੀ ਘੱਟ, ਮੈਂ ਮੁਦਰਾ ਦੀ ਪੂਰਤੀ ਹੀ ਘੱਟ ਕਰਾਂਗਾ, ਤਾਂ ਅੱਗੇ ਉਧਾਰ ਘੱਟ ਦੇ ਪਾਣਗੇ। ਅਗਰ ਉਧਾਰ ਘੱਟ ਦੇਣਗੇ, ਲੋਕਾਂ ਕੋਲ ਪੈਸਾ ਘੱਟ ਆਏਗਾ, ਲੋਕੀ ਮੰਗ ਘੱਟ ਕਰਨਗੇ, ਤਾਂ ਮੈਂ ਵੱਧ ਮੰਗ ਦੀ ਸਮੱਸਿਆ ਜਿਹੜੀ ਹੈ ਉਹ ਹੱਲ ਕਰ ਲਾਂਗਾ। ਜੇ ਘੱਟ ਮੰਗ ਹੈ ਤਾਂ ਮੈਂ ਕੀ ਕਰੂੰਗਾ, ਮੁਦਰਾ ਦੀ ਪੂਰਤੀ ਵਧਾ ਦਿਆਂਗਾ, ਯਾਨੀ ਵਪਾਰਕ ਬੈਂਕਾਂ ਨੂੰ ਪੈਸੇ ਜ਼ਿਆਦਾ ਦੇਵਾਂਗਾ, ਉਹਨਾਂ ਕੋਲ ਪੈਸਾ ਜ਼ਿਆਦਾ ਆ ਜਾਏਗਾ, ਉਹ ਕੀ ਕਰਨਗੇ, ਉਹ ਜ਼ਿਆਦਾ ਉਧਾਰ ਦੇਣਗੇ, ਲੋਕੀ ਪੈਸਾ ਜ਼ਿਆਦਾ ਲੈਣਗੇ, ਮੰਗ ਜ਼ਿਆਦਾ ਕਰਨਗੇ, ਤਾਂ ਮੈਂ ਘੱਟ ਮੰਗ ਦੀ ਸਮੱਸਿਆ ਹੱਲ ਕਰ ਲਾਂਗਾ। ਤਾਂ ਉਹ ਮੁਦਰਾ ਦੀ ਪੂਰਤੀ ਦੇ ਉੱਪਰ ਵੀ ਜਿਹੜਾ ਹੈ ਉਹ ਆਪਣਾ ਨਿਯੰਤਰਣ ਰੱਖਦਾ ਹੈ। ਇਸ ਤੋਂ ਬਾਅਦ ਜਿਹੜਾ ਅਗਲਾ ਕੰਮ ਜਿਹੜਾ ਕੇਂਦਰੀ ਬੈਂਕ ਕਰਦਾ ਹੈ, ਉਹ ਕਰਦਾ ਹੈ ਇੱਕ ਕਲੀਅਰਿੰਗ ਹਾਊਸ ਏਜੰਟ ਦੇ ਤੌਰ ਤੇ। ਠੀਕ ਹੈ, ਤਾਂ ਆਪਾਂ ਇੱਥੇ ਨਵਾਂ ਕੰਮ ਲਿਖਣ ਲੱਗੇ ਆ, ਉਹ ਹੈ ਕਲੀਅਰਿੰਗ ਹਾਊਸ ਏਜੰਟ। ਹੁਣ ਕਲੀਅਰਿੰਗ ਹਾਊਸ ਏਜੰਟ ਇਹ ਕੀ ਚੀਜ਼ ਹੁੰਦਾ ਹੈ, ਇਹਨੂੰ ਆਪਾਂ ਸਮਝਦੇ ਹਾਂ। ਮੈਂ ਸ਼ੁਰੂਆਤ ਦੇ ਵਿੱਚ ਨਾ ਇੱਕ ਗੱਲ ਕੀਤੀ ਸੀ ਵੀ ਜਿਹੜਾ ਕੇਂਦਰੀ ਬੈਂਕ ਹੈ ਉਹ ਕੀ ਹੈ, ਉਹ ਤੁਹਾਡੇ ਪੂਰੇ ਦੇ ਪੂਰੇ ਬੈਂਕਿੰਗ ਪ੍ਰਬੰਧ ਦਾ ਧੁਰਾ ਹੈ। ਧੁਰਾ ਮਤਲਬ ਸਾਈਕਲ ਦਾ ਧੁਰਾ। ਠੀਕ ਹੈ, ਬਾਕੀ ਕਿਵੇਂ ਬੈਂਕ ਜਿਹੜੇ ਨੇ ਉਹ ਕਿਵੇਂ, ਉਹ ਤਾਰਾਂ ਨੇ ਜਿਹੜੀਆਂ ਉਹ ਸਾਈਕਲ ਦੇ ਉਸ ਧੁਰੇ ਦੇ ਨਾਲ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ। ਮਤਲਬ ਰਿਜ਼ਰਵ ਬੈਂਕ ਜਿਹੜਾ ਹੈ ਉਹ ਸਾਰੇ ਦੇ ਸਾਰੇ ਬੈਂਕਾਂ ਦੇ ਨਾਲ ਜੁੜਿਆ ਹੋਇਆ। ਠੀਕ ਹੈ, ਤਾਂ ਹੁਣ ਉਹ ਜੁੜੇ ਹੋਣ ਦਾ ਫਾਇਦਾ ਉਠਾਉਂਦਾ ਹੈ। ਉਹਦੇ ਵਾਸਤੇ ਕੀ ਕਰਦਾ ਹੈ, ਕਲੀਅਰਿੰਗ ਹਾਊਸ ਦਾ ਕੰਮ ਕਰਦਾ ਹੈ। ਕਲੀਅਰਿੰਗ ਹਾਊਸ ਨਾਮ ਤੁਸੀਂ ਅਗਰ ਨਹੀਂ ਸੁਣਿਆ ਹੋਇਆ ਤਾਂ ਤੁਹਾਡੇ ਟੀਚਰ ਨੂੰ ਮੇਰੀ ਇੱਕ ਰਿਕੁਐਸਟ ਹੈ ਕਿ ਉਹ ਪਲੀਜ਼ ਤੁਹਾਨੂੰ ਬੈਂਕ ਲੈ ਕੇ ਜਾਣ। ਉੱਥੇ ਬੈਂਕ ਦੇ ਐਂਟਰੈਂਸ ਤੇ ਜਦੋਂ ਤੁਸੀਂ ਬੈਂਕ ਦੇ ਅੰਦਰ ਵੜੋਗੇ ਨਾ, ਇੱਕ ਡਿੱਬਾ ਲੱਗਿਆ ਹੋਏਗਾ, ਉੱਥੇ ਲਿਖਿਆ ਹੋਏਗਾ ਕਲੀਅਰਿੰਗ। ठीक है, आ वर्ड लिखा होगा क्लीयरिंग। तो उस क्लीयरिंग का मतलब ਤੁਹਾਨੂੰ ਜ਼ਰੂਰ ਸਮਝਾਣ। ਉਸ क्लीयरिंग ਦੇ ਵਿੱਚ ਅਗਰ ਤੁਸੀਂ ਬੈਂਕ ਜਾਓ ਤਾਂ ਬੈਂਕ ਦੇ ਵਿੱਚ ਨਾ ਉਹ ਜਿਹੜਾ क्लीयरिंग ਦਾ ਡਿੱਬਾ ਲੱਗਿਆ ਹੁੰਦਾ ਹੈ, ਤੁਸੀਂ ਦੇਖਣਾ ਉਹਦੇ ਅੰਦਰ ਨਾ ਕਈ ਤਰ੍ਹਾਂ ਦੇ ਚੈੱਕ ਪਏ ਹੋਣਗੇ। ਚੈੱਕ ਕਰਨਾ ਹੁਣ ਉਹ ਕਿਉਂ ਪਏ ਹੁੰਦੇ ਆ, ਦੇਖੋ ਐਕਚੁਅਲੀ ਕੀ ਹੈ ਵੀ ਸਾਰੇ ਦੇ ਸਾਰੇ ਲੋਕ ਜਿਹੜੇ ਨਾ ਉਹਨਾਂ ਸਾਰਿਆਂ ਦਾ ਖਾਤਾ ਇੱਕੋ ਬੈਂਕ ਦੇ ਵਿੱਚ ਨਹੀਂ ਹੁੰਦਾ। ਕਿਸੇ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ 'ਚ ਹੈ, ਕਿਸੇ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ 'ਚ ਹੈ, ਕਿਸੇ ਦਾ ਖਾਤਾ ਜਿਹੜਾ ਹੈ ਉਹ ਕੈਨਰਾ ਬੈਂਕ ਵਿੱਚ ਹੈ, ਕਿਸੇ ਦਾ ਖਾਤਾ ਜਿਹੜਾ ਹੈ ਉਹ HDFC ਬੈਂਕ ਦੇ ਵਿੱਚ ਹੈ, ਕਿਸੇ ਦਾ ਬੈਂਕ ਆਫ ਇੰਡੀਆ 'ਚ ਹੈ, ਕਿਸੇ ਦਾ ਬੈਂਕ ਆਫ ਬੜੌਦਾ ਵਿੱਚ ਹੈ। ਸਾਰੇ ਲੋਕਾਂ ਦੇ ਖਾਤੇ ਨਾ ਅਲੱਗ-ਅਲੱਗ ਬੈਂਕ ਦੇ ਵਿੱਚ ਹੁੰਦੇ ਨੇ। ਹੁਣ ਕੀ ਹੋਇਆ, ਸਪੋਜ਼ ਕਰੋ ਕਿ ਮੈਂ ਕਿਸੇ ਬੰਦੇ ਕੋਲ ਪੈਸੇ ਲੈਣੇ ਸੀ। ਠੀਕ ਹੈ, ਉਹ ਮੈਨੂੰ ਕਹਿੰਦਾ ਕਿ ਮੇਰੇ ਕੋਲ ਨਗਦ ਪੈਸੇ ਤਾਂ ਹੈ ਨਹੀਂ, ਮੈਂ ਕੀ ਕਰਦਾ ਤੈਨੂੰ ਨਾ ਚੈੱਕ ਦੇ ਦੇਣਾ। ਠੀਕ ਹੈ, ਮੈਂ ਕਹਾਂਗਾ ਕੋਈ ਗੱਲ ਨਹੀਂ, ਮੈਂ ਚੈੱਕ ਲੈਣ ਨੂੰ ਤਿਆਰ ਹਾਂ ਕਿਉਂਕਿ ਮੈਨੂੰ ਤੇਰੇ ਤੇ ਵਿਸ਼ਵਾਸ ਹੈ, ਤੇਰੇ ਖਾਤੇ 'ਚ ਪੈਸੇ ਹੋਣਗੇ, ਮੈਨੂੰ ਵਿਸ਼ਵਾਸ ਹੈ, ਤਾਂ ਤੂੰ ਮੈਨੂੰ ਚੈੱਕ ਦੇ ਦੇ। ਹੁਣ ਚੈੱਕ ਕੀ ਬਣ ਗਈ, ਵਿਸ਼ਵਾਸ ਮੁਦਰਾ। ਯਾਦ ਕਰੋ ਆਪਾਂ ਕੀਤਾ ਸੀ ਮੁਦਰਾ ਵਾਲੇ ਚੈਪਟਰ ਦੇ ਵਿੱਚ ਵੀ ਇਹ ਜੀ ਮੁਦਰਾ ਜਿਹੜੀ ਲੈਣ ਵਾਲੇ ਤੇ ਦੇਣ ਵਾਲੇ ਦੇ ਵਿੱਚ ਵਿਸ਼ਵਾਸ ਤੇ ਨਿਰਭਰ ਕਰਦੀ ਹੈ। ਜੇ ਤਾਂ ਵਿਸ਼ਵਾਸ ਹੈਗਾ ਫਿਰ ਤਾਂ ਮੁਦਰਾ ਹੈਗੀ ਹੈ, ਜੇ ਵਿਸ਼ਵਾਸ ਨਹੀਂ ਹੈਗਾ ਤਾਂ ਮੁਦਰਾ ਨਹੀਂ ਹੈਗੀ। ਤਾਂ ਮੈਨੂੰ ਉਹਦੇ ਤੇ ਵਿਸ਼ਵਾਸ ਸੀ, ਉਹਨੇ ਮੈਨੂੰ ਕੀ ਕੀਤਾ, ਚੈੱਕ ਕੱਟਤਾ। ਮੇਰਾ ਖਾਤਾ ਜਿਹੜਾ ਹੈ ਉਹ ਸਟੇਟ ਬੈਂਕ ਆਫ ਇੰਡੀਆ ਵਿੱਚ ਹੈ, ਉਹਦਾ ਖਾਤਾ ਜਿਹੜਾ ਉਹ ਹੈਗਾ
ਸੀ HDFC ਬੈਂਕ ਦੇ ਵਿੱਚ। ਜੇ ਹੁਣ ਉਹਦਾ ਖਾਤਾ HDFC ਬੈਂਕ ਵਿੱਚ ਹੈ ਤਾਂ ਮੈਨੂੰ ਚੈੱਕ ਵੀ HDFC ਬੈਂਕ ਦਾ ਹੀ ਦੇਵੇਗਾ। ਉਹਨੇ ਕੀ ਕੀਤਾ, ਨਾਮ ਲਿਖਤਾ ਉੱਪਰ। ਅਗਰ ਤੁਸੀਂ ਚੈੱਕ ਬੁੱਕ ਦੇਖੀ ਹੋਵੇ ਤਾਂ ਮੈਂ ਤੁਹਾਡੇ ਟੀਚਰ ਨੂੰ ਇੱਕ ਹੋਰ ਰਿਕੁਐਸਟ ਕਰੂੰਗਾ ਕਿ ਉਹ ਤੁਹਾਨੂੰ ਚੈੱਕ ਬੁੱਕ ਦਿਖਾਣ। ਉਹਦੇ ਉੱਪਰ ਸਭ ਤੋਂ ਪਹਿਲਾਂ ਲਿਖਿਆ ਹੁੰਦਾ ਹੈ ਪੇ। ਪੇ ਮਤਲਬ ਭੁਗਤਾਨ ਕੀਤਾ ਜਾਵੇ, ਠੀਕ ਹੈ। ਉੱਥੇ ਕੀ ਹੋਏਗਾ, ਨਾਮ ਲਿਖੀਵੇਗਾ ਵੀ ਕਿਹਨੂੰ ਭੁਗਤਾਨ ਕਰਨਾ ਹੈ। ਤਾਂ पे मतलब मैंने भुगतान करना सी ना, वो नाम लिख देगा अमित जुनेजा, ठीक है। फिर थले लिखा होगा अमाउंट, कितने रुपये दिते जान। मान लो मैं उनके कोलों 2 लाख रुपया लेना सी, उन्हें थले लिखता 2 लाख रुपया, थले साइन करते ते मैंने चेक देता, यार अबे तन मैं चेक देता HDFC बैंक जा ते जाके वो तो पैसे ले ले। हुन मैं HDFC बैंक विच गया, बिलो जी आ चेक हैगा, फलाने बंदे ने चेक दिता है, 2 लाख रुपया दे दियो, ठीक है। हुन जेड़ा HDFC बैंक है वो कहेगा एंदे ऊपर लिखा होया है भी अमित जुनेजा नु देना है, ठीक है। सानू की पता भी तू ही अमित जुनेजा है। मैं कहूंगा जी मैं ही अमित जुनेजा हैगा, मैं आधा आइडेंटिटी कार्ड दिखा दूंगा, आधा आधार कार्ड दिखा दूंगा, दिखाता। वो कहेंगे ठीक है, असि मान लिया भी तू अमित जुनेजा है। पर एक तो पता लग गया भी जेड़े बंदे नु पैसे देने ने या जेड़े अमित जुनेजा नु पैसे देने ने, तू वही अमित जुनेजा है, तू कोई होर अमित जुनेजा भी तो हो सकता है। क्योंकि अमित जुनेजा नाम दा कोई एक बंदा थोड़ी होगा, बड़े सारे बंदे होंगे। वो कहंदे असि नहीं देंदे एवें पैसे। कल नु कोई होर अमित जुनेजा आ गया, वो कहेगा लो जी मेरा चेक चोरी हो गया सी, ठीक है, तुसी किसी होर अमित जुनेजा नु फड़ाते। वो कहंदे एवें नहीं देंदे, नकद को नहीं देंगे, तेरे खाते विच पावांगे पैसे। कि हुन की होएगा, जे खाते विच जाणगे तां उससे अमित जुनेजा दे खाते विच जाणगे जिंदा खाता सही हैगा। मैं कहूंगा जी मेरा तो खाता है ही नहीं HDFC बैंक विच, मैं कित्थों करवावां। हुन तुहाडे ये पैसे लैण वास्ते मैं खाता थोड़ी खुलवा लांगा, मैं खाता नहीं खुलवा सकदा। वो कहेंगे नकद असी दिंदे को नहीं, मैं क्या खाता मैं खुलवांदा को नहीं। हुन की होएगा, हुन पैसे किवें मिलणगे। मैं की करांगा, वो चेक लेके जावांगा स्टेट बैंक ऑफ इंडिया जिथे मेरा खाता है। मैं उत्थे गया, मैं कहूंगा देखो जी HDFC बैंक को 2 लाख रुपया लेना है, आ चेक हैगा जे, ठीक है। वो मैनू कहंदे ने तू अमित जुनेजा है ही नहीं, सानू की पता तू वही अमित जुनेजा है कि कोई होर अमित जुनेजा है, ठीक है। पर मेरा तुहाडे खाता है, तुसी मैनू जानदे हो मैं ही अमित जुनेजा हैगा। ਤਾਂ ਜਿਹੜਾ ਮੇਰਾ ਬੈਂਕ ਹੈ ਯਾਨੀ ਕਿ ਸਟੇਟ ਬੈਂਕ ਆਫ ਇੰਡੀਆ, ਉਹ ਕੀ ਕਹੇਗਾ, ਉਹ ਕਹੇਗਾ ਕੋਈ ਗੱਲ ਨਹੀਂ, ਬਾਹਰ ਡੱਬਾ ਲੱਗਿਆ ਹੋਇਆ ਉੱਥੇ ਲਿਖਿਆ ਹੋਇਆ ਕਲੀਅਰਿੰਗ, ਆ ਚੈੱਕ ਜਾ ਕੇ ਨਾ ਉਹਦੇ ਵਿੱਚ ਪਾ ਦੇ, ਅਸੀਂ ਆਪੇ ਲੈ ਲਾਂਗੇ, ठीक है। हुन की होएगा, हुन इस तरह की होएगा भी स्टेट बैंक ऑफ इंडिया दे कोल HDFC बैंक दा चेक आ गया, एवें HDFC बैंक दे कोल मान लो पंजाब नेशनल बैंक दा चेक पहुंच गया, ठीक है। एवें मान लो बैंक ऑफ इंडिया दे कोल जेड़ा है वो सपोज करो कि पंजाब नेशनल बैंक दा चेक पहुंच गया, HDFC बैंक दा चेक पहुंच गया, जेड़ा अपने एक्सिस बैंक है उनदे कोल स्टेट बैंक ऑफ इंडिया दा चेक पहुंच गया। तां हरेक बैंक कोल ना हरेक दूजे बैंक दे चेक पहुंच गए, ठीक है। हम वो की करेंगे, शाम को चेक इकट्ठे करेंगे सारे, वंडा वंडाई कर लेंगे कि लो जी इन्ने चेक जेडे ने वो मानो स्टेट बैंक ऑफ इंडिया की एग्जांपल लईए तो स्टेट बैंक ऑफ इंडिया की कहेगा, वो कहेगा लो जी इन्ने चेक मेरे को जेडे ने वो मतलब एक्सिस बैंक दे आ गए, इन्ने जेडे ने वो HDFC दे आ गए, इन्ने ICICI दे आ गए, इन्ने पंजाब नेशनल बैंक दे आ गए, इन्ने कैनरा बैंक दे आ गए। तो सारे चेक जेडे ने वो अलग अलग कर लेंगे। हुन ये की करेंगे, ये सारे बैंकां वाले शाम को बैठ के एवें करेंगे। हुन ये थोड़ी है कि सारे बैंकां दे कोल हरेक बैंक दे चेक पहुंच गए तो सारे बैंकां दे मैनेजर ने की कीता, शामी पार्क च बैठ इकट्ठे हो गए, ठीक है, चक्कर मार के ले भी आ तेरा चेक आ मेरा चेक आप वंडा वंडाई कर लेने आ, एवें नहीं हुंदा, ठीक है। वो की करेंगे, वो केंद्रीय बैंक दे इस काम दा जेड़ा है वो फायदा चकणगे। देखो केंद्रीय बैंक दे कोल ना हरेक बैंक दा खाता है, तो एक ना सॉफ्टवेयर बनया हुंदा है, जिवें कंप्यूटर दे विच सॉफ्टवेयर हुंदे ना उवें सॉफ्टवेयर हुंदा है। तो की करेंगे, हरेक बैंक की करेगा जेड़े जेड़े चेक उनके कोल आए होंगे ते जेड़े जेड़े बैंक दे आए होंगे वो सारे चेक ना कंप्यूटर दे विच भर दूगा। उनदे च ना कई खाने बने हुंदे ने, जिवें पहला खाना हुंदा है लड़ी नंबर। लड़ी नंबर की होएगा 1 2 3 4 5 6 7 8 9 10 इस तरह लड़ी नंबर लग गया। फिर
ਨੰਬਰ 2 ਦੇ ਖਾਨਾ ਹੁੰਦਾ ਹੈ ਵੀ ਕਿਹੜੇ ਬੈਂਕ ਦਾ ਚੈੱਕ ਆਇਆ। ਹੁਣ ਸਟੇਟ ਬੈਂਕ ਆਫ ਇੰਡੀਆ ਲਿਖੇਗਾ ਕਿ ਲੋ ਜੀ HDFC ਬੈਂਕ ਦਾ ਚੈੱਕ ਆਇਆ। ਅੱਗੇ ਲਿਖਿਆ ਹੋਏਗਾ ਬ੍ਰਾਂਚ, ਕਿਹੜੇ ਬ੍ਰਾਂਚ ਦਾ, तो कहेगा फाजिलका वाली ब्रांच दा। ਤਾਂ ਪਹਿਲਾ ਖਾਨਾ ਕੀ ਹੋ ਗਿਆ, ਲੜੀ ਨੰਬਰ। ਦੂਜਾ ਕੀ ਹੋ ਗਿਆ ਵੀ ਜਿਹੜਾ ਤੇਰੇ ਕੋਲ ਚੈੱਕ ਆਇਆ ਉਹ ਕਿਹੜੇ ਬੈਂਕ ਦਾ ਆਇਆ, ਤਾਂ ਉੱਥੇ ਲਿਖ ਦਾਂਗੇ HDFC। ठीक है, फिर आएगा वो भी HDFC बैंक ਦਾ ਬੜੇ ਨੇ, ਉਹ ਤਾਂ ਫਾਜ਼ਿਲਕਾ ਵੀ ਹੈਗਾ, ਉਹ ਤਾਂ ਜਲਾਲਾਬਾਦ ਵੀ ਹੈਗਾ, ਉਹ ਤਾਂ ਲੁਧਿਆਣੇ ਵੀ ਹੈਗਾ। ਠੀਕ ਹੈ, ਉਹ ਤਾਂ ਜਿਹੜਾ ਚੰਡੀਗੜ੍ਹ ਵੀ ਹੈਗਾ। ਕਿਹੜੀ ਬ੍ਰਾਂਚ ਦਾ, ਤਾਂ ਲਿਖ ਦੇਗਾ ਫਾਜ਼ਿਲਕਾ ਵਾਲੀ ਬ੍ਰਾਂਚ ਦਾ। ਫਿਰ ਅੱਗੇ ਖਾਨਾ ਹੋਏਗਾ ਵੀ ਜਿਹੜਾ ਚੈੱਕ ਆਇਆ ਹੈ ਉਹ ਦਾ ਨੰਬਰ ਕਿੰਨਾ ਹੈ। ਹਰੇਕ ਚੈੱਕ ਦਾ ਇੱਕ ਨੰਬਰ ਹੁੰਦਾ ਹੈ। ਠੀਕ ਹੈ, ਥੱਲੇ ਲਿਖਿਆ ਹੁੰਦਾ ਤਾਂ ਉਹ ਨੰਬਰ ਲਿਖ ਦੂਗਾ ਵੀ ਲੋ ਜੀ ਇੰਨੇ ਨੰਬਰ ਦਾ ਚੈੱਕ ਹੈ। फिर लिखा होगा भी जे केड़ी तरीक दा है तो तरीक लिख दूंगा इन्नी तरीक दा। फिर पूछा जाएगा भी चेक किंदे खाते चों कढना है, मतलब जेड़ा चेक है जेड़ा 2 लाख रुपए का चेक सी केड़े बंदे दे खाते चों 2 लाख कढने ने तो उनका नाम पाता जाएगा। फिर लिखेगा भी केड़े बंदे दे खाते चों पाने ने तो उनदे मान लो मेरा नाम पाता। ठीक है, हो गया। तो सारे चेक जेड़े ने वो एवें फीड कर दिते जाणगे। एंड ते की करेगा ओके दा बटन नपना है। जिवें ही ओके दा बटन नप्या सारे पैसे इधर उधर हो जाएंगे, सारे बैंकों के खाते में जो पैसे निकलने ने वो निकल जाएंगे ते जेड़े पैसे पैने ने वो पै जाएंगे। सारे हिसाब किताब जेड़े ने वो खात्यां विच ही हो जाएंगे, कंप्यूटर के थ्रू ही हो जाएंगे। नगद लेन देन जेड़ा है वो नहीं करना पेगा। तो जेड़ा केंद्रीय बैंक है वो की करता है, वो क्लीयरिंग हाउस एजेंट के तौर पे काम करता है। क्लीयरिंग मतलब साफ करना, एजेंट है एक तरह का अपना की है प्रतिनिधि है जेड़ा की कर रहा है, जेड़ा सारे खात्यां नूं साफ करता है। मतलब जेड़े भी लेन देन हुंदे ने एक बैंक दे दूजे बैंक दे नाल उन्हां नूं की कर दिंदा है, क्लियर कर दिंदा है। इस करके इहनूं आपां क्लीयरिंग हाउस एजेंट जेड़ा है उनका नाम देने हां। ठीक हो गया जी, ये बहुत इंपॉर्टेंट काम है केंद्रीय बैंक का। अगर केंद्रीय बैंक ये काम ना करे तो सोचो सारे बैंकों नूं दूजे बैंकों कोलों कोई पैसा लेना है, कोई पैसा देना है तो कितना मुश्किल हो जाएगा। पैसा लेना पैसा देना कितना मुश्किल है। ता जेड़ा केंद्रीय बैंक है वो इस सारियां मुश्किलां दा जेड़ा है वो हल कर दिंदा है। ता क्लीयरिंग हाउस एजेंट दे तौर ते भी केंद्रीय बैंक जेड़ा है वो काम करदा है। उस तो बाद जेड़ा केंद्रीय बैंक है वो होर काम भी करदा है। होर कामां दे विचों की करदा है, ये ना अपने कोल एक संस्था है, उनका नाम है अंतरराष्ट्रीय मुद्रा कोष। ठीक है, अंतरराष्ट्रीय मुद्रा कोष दे जेड़े सम्मेलन हुंदे ने। ठीक है, सम्मेलन नहीं समझ आ रहा तो मीटिंग वर्ड यूज कर सकते हैं। ਜਿਹੜੀਆਂ ਮੀਟਿੰਗ ਹੁੰਦੀਆਂ ਨੇ ਇਹ ਉਹਨਾਂ ਮੀਟਿੰਗਸ ਨੂੰ ਜਿਹੜਾ ਹੈ ਉਹ ਕੰਡਕਟ ਕਰਵਾਉਂਦਾ ਹੈ। ਠੀਕ ਹੈ, ਉਹਨਾਂ ਮੀਟਿੰਗਾਂ ਦੇ ਵਿੱਚ ਭਾਗ ਲੈਂਦਾ ਹੈ। ਉਹ ਨਾਮ ਤੋਂ ਕਲੀਅਰ ਕਰੋ, ਅੰਤਰਰਾਸ਼ਟਰੀ ਮੁद्रा कोष। मुद्रा की होया पैसा, कोष की होया भंडार। अंतरराष्ट्रीय एक ऐसी संस्था जिंदे कोल की है पूरी दुनिया दे जिन्ने भी देश ने उन्हां सारे देशां दी मुद्रा दा की है भंडार मौजूद है। इंग्लिश विच इहनूं कहंदे आ इंटरनेशनल मॉनेटरी फंड। ठीक है, तां हुण क्योंकि ये जिहड़ा संस्था है ये की करती है, ये मुद्रा के नाल लेन देन करती है, पैसे के नाल लेन देन करती है। तो केंद्रीय बैंक भी पैसे के नाल लेन देन करता है। तो केंद्रीय बैंक भी हुंदा है इस संस्था का मैंबर हुंदा है। ठीक है, वो अपने देश की प्रतिनिधित्व करता है इन्हां मीटिंगां दे विच। तो जो मीटिंग कीतियां जांदियां ने उन्हां मीटिंगां दे विच वो भाग लैंदा है। ठीक है, जे अपने देश विच मीटिंग है तो उन्होंने कंडक्ट भी करांदा है, क्योंकि जिहड़ियां मीटिंग्स हुंदियां ने ना किसी भी संस्था दी वो एक देश विच नहीं हुंदियां, वो अलग-अलग देशां दे विच हुंदियां। कदे किथे करानियां, कदे किथे करानियां। तां सारे देशां नूं जिहड़ा है वो मौका दित्ता जांदा है। ते जे तां अपने देश विच है फिर की करेगा, वो मीटिंग नूं कंडक्ट कराएगा। ते जे किसी होर देश विच है उत्थे जाके की करेगा, वो भाग लेगा। तां अंतरराष्ट्रीय मुद्रा कोष दे सम्मेलन जिहड़े ने वो उन्हां नूं जिहड़ा कंडक्ट भी करांदा है केंद्रीय बैंक दे नाल उन्हां दे विचों की करदा है, वो भाग भी लैंदा है। उस तो बाद देखो एक हुंदा है उन्होंने आप कहने आ मुद्रा बाजार। ठीक है, एक हुंदा है उन्होंने आप कहने आ बिल बाजार। ठीक है,
ਤਾਂ ਇਹ ਉਹ ਸਾਰੇ ਮੁਦਰਾ ਬਾਜ਼ਾਰ ਤੇ ਬਿੱਲ ਬਾਜ਼ਾਰ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਨਿਯੰਤਰਣ ਰੱਖਦਾ ਹੈ। ਮੁਦਰਾ ਬਾਜ਼ਾਰ ਸਮਝ ਲਓ ਜਿੱਥੇ ਮੁਦਰਾ ਦਾ ਲੈਣ ਦੇਣ ਹੋਏਗਾ, ਕਿੱਥੇ ਹੋਏਗਾ, ਬੈਂਕਾਂ ਦੇ ਵਿੱਚ ਹੋਏਗਾ, ਬੀਮਾ ਕੰਪਨੀਆਂ ਦੇ ਵਿੱਚ ਹੋਏਗਾ, ਤਾਂ ਉਹ ਸਾਰੇ ਨੂੰ ਕੰਟਰੋਲ ਕਰਦਾ ਹੈ। ਬਿੱਲ ਬਾਜ਼ਾਰ, ਬਿੱਲ ਕੀ ਹੁੰਦੇ ਨੇ? ਬਿੱਲ ਹੁੰਦੇ ਨੇ ਬਿਲਸ ਆਫ ਐਕਸਚੇਂਜ, ਵਟਾਂਦਰਾ ਪੱਤਰ। ਯਾਦ ਕਰੋ ਆਪਾਂ ਆਪਣੇ ਲੈਕਚਰ ਚ ਵਟਾਂਦਰਾ ਪੱਤਰ ਦੇਖ ਚੁੱਕੇ ਹਾਂ। ਤਾਂ ਉਹ ਵਟਾਂਦਰਾ ਪੱਤਰ ਕਿੰਨੇ ਜਾਰੀ ਹੋਣਗੇ, ਖਜ਼ਾਨਾ ਪੱਤਰ ਕਿੰਨੇ ਜਾਰੀ ਹੋਣਗੇ, ਜਾਂ ਜਿਹੜਾ ਸਰਕਾਰ ਦੇ ਜਿਹੜੇ ਟਾਈਮ ਡਿਪੋਜ਼ਿਟਸ ਨੇ ਜਾਂ ਟ੍ਰੈਜਰੀ ਬਿਲਸ ਨੇ ਜਾਂ ਬੌਂਡਸ ਨੇ ਜਾਂ ਸ਼ੇਅਰਸ ਨੇ ਉਹ ਕਿੰਨੇ ਜਾਰੀ ਹੋਣਗੇ, ਉਹ ਸਾਰੇ ਦੇ ਸਾਰੀ ਮਾਰਕੀਟ ਜਿਹੜੀ ਹੈ ਉਹਨੂੰ ਕੌਣ ਕੰਟਰੋਲ ਕਰਦਾ ਹੈ? ਉਹਨੂੰ ਆਪਣਾ ਕੇਂਦਰੀ ਬੈਂਕ ਜਿਹੜਾ ਹੈ ਉਹ ਕੰਟਰੋਲ ਕਰਦਾ ਹੈ। ਜੇ ਹੁਣ ਆਪਾਂ ਇਹਨੂੰ ਇੱਕ ਐਗਜ਼ਾਮਪਲ ਨਾਲ ਜਿਹੜਾ ਹੈ ਉਹ ਕਲੀਅਰ ਕਰਾਂਗੇ। ਸਪੋਜ਼ ਕਰੋ ਵੀ ਆਪਾਂ ਕਿਸੇ ਕੰਪਨੀ ਦੇ ਸ਼ੇਅਰਸ ਖਰੀਦ ਲਏ। ਮੰਨ ਲਓ ਮੈਂ ਕਹਾਂ ਕਿ ਮੈਂ ਰਿਲਾਇੰਸ ਦੇ, ਟਾਟਾ ਦੇ, ਰੈਂਟੈਕਸੀ ਦੇ ਜਾਂ ਸੈਮਸੰਗ ਦੇ ਜਾਂ ਮੰਨ ਨੋਕੀਆ ਦੇ ਜਾਂ ਕਿਸੇ ਹੋਰ ਕੰਪਨੀ ਦੇ ਮੈਂ ਸ਼ੇਅਰਸ ਖਰੀਦ ਲਏ। ਠੀਕ ਹੈ, ਹੁਣ ਸ਼ੇਅਰ ਦੇ ਵਿੱਚ ਕੀ ਹੁੰਦਾ ਹੈ, ਆਪਾਂ ਹਮੇਸ਼ਾ ਦੇਖਦੇ ਆ, ਉਹ ਪੜ੍ਹਦੇ ਵੀ ਆ ਅਖਬਾਰਾਂ ਦੇ ਵਿੱਚ ਵੀ ਉਹ ਕਹਿੰਦੇ ਲੋ ਜੀ ਕਦੇ ਸ਼ੇਅਰ ਮਾਰਕੀਟ ਉੱਪਰ ਚਲੀ ਜਾਂਦੀ ਹੈ, ਕਦੇ ਥੱਲੇ ਚਲੀ ਜਾਂਦੀ ਹੈ, ਕਦੇ ਸ਼ੇਅਰ ਦੇ ਰੇਟ ਵੱਧ ਜਾਂਦੇ ਨੇ, ਕਦੇ ਸ਼ੇਅਰ ਦੇ ਰੇਟ ਘਟ ਜਾਂਦੇ ਨੇ। ਮਤਲਬ ਸ਼ੇਅਰ ਬਾਜ਼ਾਰ ਦਾ ਕੋਈ ਅਤਾ ਪਤਾ ਨਹੀਂ ਹੈਗਾ ਕਿ ਮਤਲਬ ਕਦੇ ਮਹਿੰਗਾ ਵੀ ਹੋ ਸਕਦਾ ਹੈ ਤੇ ਸਸਤਾ ਵੀ ਹੋ ਸਕਦਾ ਹੈ। ਠੀਕ ਹੈ, ਹੁਣ ਉਹਦੇ ਤਾਂ ਹੈਗਾ ਰਿਸਕ, ਖਤਰਾ ਤਾਂ ਰਹੇਗਾ ਹੀ ਰਹੇਗਾ। ਜੇ ਮੰਨ ਲਓ ਕਿ ਕੇਂਦਰੀ ਬੈਂਕ ਕੀ ਕਰੇ, ਬੈਂਕਾਂ ਦੇ ਵਿੱਚ ਨਾ ਵਿਆਜਾਂ ਵਧਾ ਦੇਵੇ। ठीक है, तो लोग की करनगे, लोग की कहणगे भैया सानू जिहड़ा है वो शेयर बाजार दे जिहड़े रिस्क ने वो लैण दा की तुक है। जदों ब्याज सानू इन्नी ज्यादा मिलदी पई है बैंकां तो, बैंक ही सानू इन्नी ज्यादा ब्याज दिंदे पे ने जिहड़ी मिलनी है, जिहदे च कोई रिस्क ही नहीं हैगा। वो की करनगे, कंपनियां दे शेयर्स घट खरीदणगे, बॉन्ड्स घट खरीदणगे। ठीक है, तां इस तरह उन्हां नू कंट्रोल करेगा। मतलब की होया भी शेयर बाजार ज्यादा होएगा घट होएगा, एक ते निर्भर करता है, एक केंद्रीय बैंक ਦੀਆਂ ਨੀਤੀਆਂ ਤੇ ਜਿਹੜਾ ਹੈ ਉਹ ਨਿਰਭਰ ਕਰਦਾ ਹੈ। ਜਦੋਂ ਕੇਂਦਰੀ ਬੈਂਕ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਦਾ ਹੈ, ਤੁਸੀਂ ਆਮ ਤੌਰ ਤੇ ਨਿਊਜ਼ ਦੇ ਵਿੱਚ ਦੇਖਿਆ ਹੋਵੇਗਾ ਕਿ ਲੋ ਜੀ ਅੱਜ ਜਿਹੜਾ ਕੇਂਦਰੀ ਬੈਂਕ ਹੈ ਉਹਨੇ ਬੈਂਕ ਦਰ ਵਧਾਤੀ, ਉਹਨੇ ਨਗਦ ਨਿਧੀ ਅਨੁਪਾਤ ਚੇਂਜ ਕਰਤਾ, ਉਹਨੇ ਰੈਪੋ ਰੇਟ ਚੇਂਜ ਕਰਤੀ, ਉਹਨੇ ਰਿਵਰਸ ਰੈਪੋ ਰੇਟ ਚੇਂਜ ਕਰਤੀ। ਤਾਂ ਇਹਦੇ ਕਰਕੇ ਨਾ ਸ਼ੇਅਰ ਬਾਜ਼ਾਰ ਜਿਹੜਾ ਉਹ ਡਿੱਗ ਪਿਆ ਜਾਂ ਸ਼ੇਅਰ ਬਾਜ਼ਾਰ ਜਿਹੜਾ ਉਹ ਉੱਤੇ ਚੜ ਗਿਆ। ਹੁਣ ਕੀ ਹੋਇਆ, ਅਗਰ ਕੇਂਦਰੀ ਬੈਂਕ ਦਾ ਇੰਨਾ ਸਾਰਿਆਂ ਤੇ ਪ੍ਰਭਾਵ ਹੈ ਤਾਂ ਹੀ ਤਾਂ ਉਹਦੇ ਉੱਪਰ ਪ੍ਰਭਾਵ ਪੈਂਦਾ। ਤਾਂ ਕੇਂਦਰੀ ਬੈਂਕ ਕੀ ਕਰਦਾ ਹੈ, ਜਿੰਨੇ ਵੀ ਮੁਦਰਾ ਬਾਜ਼ਾਰ ਤੇ ਬਿੱਲ ਬਾਜ਼ਾਰ ਹੁੰਦੇ ਨੇ ਉਹਨਾਂ ਦੇ ਉੱਪਰ ਵੀ ਆਪਣਾ ਨਿਯੰਤਰਣ ਜਿਹੜਾ ਹੈ ਉਹ ਰੱਖਦਾ ਹੈ। ਫਿਰ ਰਿਜ਼ਰਵ ਬੈਂਕ ਕੀ ਕਰਦਾ ਹੈ, ਜਿਹੜੇ ਫਟੇ ਪੁਰਾਣੇ ਨੋਟ ਨੇ, ਠੀਕ ਹੈ, ਉਹਨਾਂ ਨੂੰ ਵੀ ਸਵੀਕਾਰ ਕਰਦਾ ਹੈ ਵੀ ਜਿਹੜੇ ਨੋਟ ਜਿਹੜੇ ਨੇ ਉਹ ਫਟ ਜਾਂਦੇ ਨੇ, ਠੀਕ ਹੈ, ਜਾਂ ਮਤਲਬ ਪੁਰਾਣੇ ਹੋ ਜਾਂਦੇ ਨੇ, ਉਹ ਕੀ ਕਰਦਾ ਹੈ, ਉਹ ਉਹਨਾਂ ਨੂੰ ਇਹ ਕਹਿੰਦਾ ਲੋਕਾਂ ਨੂੰ ਵੀ ਤੁਸੀਂ ਮੈਨੂੰ ਦੇ ਦਿਓ। ਉਹਨਾਂ ਨੂੰ ਕੀ ਕੀਤਾ ਜਾਂਦਾ ਹੈ, ਡਿਸਟਰੋਏ ਕਰ ਦਿੱਤਾ ਜਾਂਦਾ ਹੈ, ਖਤਮ ਕਰ ਦਿੱਤਾ ਜਾਂਦਾ ਹੈ। ਖਤਮ ਕਰਕੇ ਉਹਦੀ ਥਾਂ ਤੇ ਕੀ ਕੀਤਾ ਜਾਂਦਾ ਹੈ, ਨਵੇਂ ਨੋਟ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਜਾਂਦੇ ਨੇ। ਬੈਂਕਾਂ ਦੇ ਵਿੱਚ ਬਕਾਇਦਾ ਇੱਕ ਕਾਊਂਟਰ ਹੁੰਦਾ ਹੈ, ਜਿਸ ਕਾਊਂਟਰ ਦੇ ਉੱਪਰ ਇਹ ਸਪੈਸ਼ਲ ਕੰਮ ਹੁੰਦਾ ਹੈ ਵੀ ਜਿੱਥੇ ਫਟੇ ਪੁਰਾਣੇ ਨੋਟ ਜਿਹੜੇ ਨੇ ਉਹ ਲਏ ਜਾਂਦੇ ਨੇ, ਯਾਨੀ ਇਹ ਜਿਹੜੇ ਨੋਟ ਜਿਹਦੇ ਤੇ ਚੇਪੀ ਲੱਗ ਜਾਂਦੀ ਹੈ ਜਾਂ ਹੁਣ ਕੰਮ ਕਰਨ ਦੇ ਲਾਇਕ ਨਹੀਂ ਰਹਿੰਦੇ, ਆਮ ਤੌਰ ਤੇ ਇਹ ਜਿਹੜਾ ਇੱਕ ਕਾਗਜ਼ ਦੇ ਨੋਟਾਂ ਦੇ ਨਾਲ ਹੁੰਦਾ ਹੈ। ਠੀਕ ਹੈ, ਤਾਂ ਆਪਾਂ ਕੀ ਕਰਾਂਗੇ, ਬੈਂਕ ਵਿੱਚ ਚਲੇ ਜਾਵਾਂਗੇ। ਬੈਂਕ ਵਿੱਚ ਹਰੇਕ ਬੈਂਕ ਵਿੱਚ ਨਾ ਇੱਕ ਕਾਊਂਟਰ ਹੁੰਦਾ ਹੈ ਜਿੱਥੇ ਇਹ ਫਟੇ ਪੁਰਾਣੇ ਨੋਟ ਜਿਹੜੇ ਨੇ ਉਹ ਲਏ ਜਾਂਦੇ ਨੇ। ਤਾਂ ਆਪਾਂ ਫਟੇ ਪੁਰਾਣੇ ਨੋਟ ਆਪਾਂ ਕੀ ਕੀਤਾ, ਬੈਂਕ ਨੂੰ ਦੇ ਦਿੱਤੇ। ਬੈਂਕ ਨੇ ਉਹਦੇ ਬਦਲੇ ਆਪਾਂ ਨੂੰ ਕੀ ਕੀਤਾ, ਨਵੇਂ ਨੋਟ ਦੇ ਦਿੱਤੇ। ਬੈਂਕ ਉਹ ਫਟੇ ਪੁਰਾਣੇ ਨੋਟ ਕੀ ਕਰੇਗਾ, ਉਹ ਜਾ ਕੇ ਜਿਹੜਾ ਉਹ ਕੇਂਦਰੀ ਬੈਂਕ ਨੂੰ ਦੇ ਦੇਗਾ। ਕੇਂਦਰੀ ਬੈਂਕ ਉਹਨਾਂ ਨੂੰ ਡਿਸਟਰੋਏ ਕਰ ਦੇਗਾ, ਖਤਮ ਕਰ ਦੇਗਾ। ਉਹਦੀ ਥਾਂ ਤੇ ਨਵੇਂ ਨੋਟ ਜਿਹੜੇ ਨੇ ਉਹ ਜਾਰੀ ਕਰ ਦੇਗਾ। ਤਾਂ ਕੇਂਦਰੀ ਬੈਂਕ ਜਿਹੜਾ ਹੈ ਉਹ ਫਟੇ ਪੁਰਾਣੇ ਨੋਟ ਜਿਹੜੇ ਨੇ ਉਹਨਾਂ ਨੂੰ ਵੀ ਉਹ ਸਵੀਕਾਰ ਕਰਦਾ ਹੈ। ਫਿਰ ਕੇਂਦਰੀ ਬੈਂਕ ਜਿਹੜਾ ਹੈ ਉਹ ਕੀ ਕਰਦਾ ਹੈ, ਉਹ ਖੇਤੀ ਉਧਾਰ ਜਿਹੜਾ ਹੈ ਉਹ ਵੀ ਪ੍ਰਦਾਨ ਕਰਵਾਉਂਦਾ ਹੈ। ਯਾਨੀ ਆਪਣਾ ਦੇਖੋ ਜਿਹੜਾ ਨਾ ਹਰੇਕ ਅਰਥ ਵਿਵਸਥਾ ਚ ਕੀ ਹੁੰਦਾ ਹੈ, ਆਪਣੇ ਨਾ ਕੁਝ ਪ੍ਰਾਇੋਰਟੀ ਸੈਕਟਰਸ ਹੁੰਦੇ ਨੇ। ਪ੍ਰਾਇੋਰਟੀ ਹੁੰਦਾ, ਮੈਂ ਕਹਾਂਗਾ ਇਹ ਮੇਰੀ ਪ੍ਰਾਇੋਰਟੀ ਹੈ, ਮਤਲਬ ਇਹ ਮੇਰੀ ਪ੍ਰਾਥਮਿਕਤਾ ਹੈ, ਇਹ ਮੇਰੀ ਪਹਿਲ ਹੈ, ਮੈਂ ਸਭ ਤੋਂ ਵੱਡੀ ਪਹਿਲ ਇਹਨੂੰ ਦੇਵਾਂਗਾ, ਸਭ ਤੋਂ ਪਹਿਲਾਂ ਮੈਂ ਇਹ ਕੰਮ ਕਰਾਂਗਾ। ਤਾਂ ਜਿਹੜਾ ਖੇਤੀ ਹੈ ਉਹ ਕੀ ਹੈ, ਉਹ ਆਪਣਾ ਪ੍ਰਾਇੋਰਟੀ ਸੈਕਟਰ ਹੈ, ਯਾਨੀ ਕਿ ਪਹਿਲ ਦਾ ਆਧਾਰ ਦਾ ਖੇਤਰ ਹੈ। ਮਤਲਬ ਇਹ ਜਿਹਾ ਖੇਤਰ ਹੈ ਜਿਹਦੇ ਬਾਰੇ ਆਪਾਂ ਸਭ ਤੋਂ ਪਹਿਲਾਂ ਸੋਚਾਂਗੇ। ਕਿਉਂ? ਕਿਉਂਕਿ ਇੰਡੀਆ ਦੇ ਵਿੱਚ ਹਾਲੇ ਵੀ ਸਭ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਖੇਤੀ ਵਿੱਚ ਲੱਗੇ ਹੋਏ ਨੇ। ਹੁਣ ਦੇਖੋ ਜਿਹੜਾ ਕਿਸਾਨ ਹੈ, ਹੁਣ ਕੋਈ ਬਹੁਤ ਅਮੀਰ ਆਦਮੀ ਤਾਂ ਹੁੰਦਾ ਨਹੀਂ ਹੈ, ਠੀਕ ਹੈ, ਆਮ ਤੌਰ ਤੇ ਜ਼ਿਆਦਾਤਰ ਕਿਸਾਨ ਜਿਹੜੇ
ਜਿਹੜੇ ਨੇ ਉਹ ਕੀ ਹੁੰਦੇ ਨੇ, ਗਰੀਬ ਹੁੰਦੇ ਨੇ, ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ, ਕੀ ਹੋਏਗਾ, ਉਧਾਰ ਦੀ ਲੋੜ ਪਏਗੀ ਤਾਂ ਕੇਂਦਰੀ ਬੈਂਕ ਕੀ ਕਰੇਗਾ, ਉਹਨਾਂ ਨੂੰ ਉਹ ਉਧਾਰ ਪ੍ਰਦਾਨ ਕਰਵਾਏਗਾ, ਪਰ ਡਾਇਰੈਕਟਲੀ ਨਹੀਂ, ਕਿੰਦੇ ਦੁਆਰਾ, ਵਪਾਰਕ ਬੈਂਕਾਂ ਦੇ ਦੁਆਰਾ। ਜਿਹੜਾ ਕੇਂਦਰੀ ਬੈਂਕ ਹੈ ਉਹ ਕਿਸਾਨਾਂ ਵਾਸਤੇ ਸਪੈਸ਼ਲ ਸਕੀਮ ਬਣਾਉਂਦਾ ਹੈ, ਜਿੰਦੇ ਦੁਆਰਾ ਉਹ ਵਪਾਰਕ ਬੈਂਕਾਂ ਨੂੰ ਕਹਿੰਦਾ ਹੈ ਕਿ ਲੋ ਜੀ ਮੈਂ ਤੁਹਾਨੂੰ ਆ ਸਕੀਮ ਦੇ ਰਿਹਾ, ਇਹਦੇ ਮੁਤਾਬਿਕ ਜਿਹੜਾ ਹੈ ਤੁਸੀਂ ਕੀ ਕਰਨਾ ਹੈ, ਜਿੰਨੇ ਵੀ ਤੁਹਾਡੇ ਕੋਲ ਕਿਸਾਨ ਭਰਾ ਆਣਗੇ ਖੇਤੀ ਵਾਸਤੇ ਉਧਾਰ ਲੈਣ ਵਾਸਤੇ, ਉਹਨਾਂ ਨੂੰ ਤੁਸੀਂ ਖੇਤੀ ਵਾਸਤੇ ਉਧਾਰ ਦੇਣਾ ਹੈ ਤਾਂ ਕਿ ਉਹ ਆਪਣੀਆਂ ਖੇਤੀ ਦੀਆਂ ਜ਼ਰੂਰਤਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰ ਸਕਣ ਤੇ ਆਪਣੀ ਖੇਤੀ ਦਾ ਵਿਕਾਸ ਕਰ ਸਕਣ, ਕਿਉਂਕਿ ਜੇ ਖੇਤੀ ਦਾ ਵਿਕਾਸ ਹੋਏਗਾ ਤਾਂ ਹੀ ਆਪਣੇ ਦੇਸ਼ ਦਾ ਜਿਹੜਾ ਹੈ ਉਹ ਵਿਕਾਸ ਹੋਏਗਾ। ਕਿਉਂ? ਕਿਉਂਕਿ ਦੇਖੋ ਜੇ ਖੇਤੀ ਵਧੇਗੀ ਅੱਗੇ ਤਾਂ ਖੇਤੀ 'ਚ ਉਤਪਾਦਨ ਜ਼ਿਆਦਾ ਹੋਏਗਾ, ਕੱਚਾ ਮਾਲ ਜ਼ਿਆਦਾ ਬਣੇਗਾ, ਉਹ ਕੱਚਾ ਮਾਲ ਉਹ ਉਦਯੋਗਾਂ ਨੂੰ ਦੇਗੀ, ਉਦਯੋਗ ਜ਼ਿਆਦਾ ਚੱਲਣਗੇ, ਉਦਯੋਗ ਵਧੇ, ਖੇਤੀ ਵਧੀ ਤਾਂ ਸੇਵਾ ਖੇਤਰ ਆਏਗਾ, ਉਹ ਆਪਣੀਆਂ ਯਾਤਾਯਾਤ ਦੀਆਂ ਸੇਵਾਵਾਂ ਤੇ ਸੰਚਾਰ ਦੀਆਂ ਸੇਵਾਵਾਂ ਤੇ ਵਿੱਤ ਦੀਆਂ ਸੇਵਾਵਾਂ ਉਹਨਾਂ ਨੂੰ ਦੇਗਾ, ਯਾਨੀ ਪੂਰੇ ਦੇ ਪੂਰੇ ਦੇਸ਼ ਦਾ ਵਿਕਾਸ ਜਿਹੜਾ ਹੈ ਉਹ ਖੇਤੀ ਦੇ ਵਿਕਾਸ ਤੇ ਨਿਰਭਰ ਕਰਦਾ ਹੈ। ਇਸ ਕਰਕੇ ਜਿਹੜਾ ਕੇਂਦਰੀ ਬੈਂਕ ਹੈ ਉਹ ਕੀ ਕਰਦਾ ਹੈ, ਖੇਤੀ ਦੇ ਵਿਕਾਸ ਵਾਸਤੇ ਵਿਸ਼ੇਸ਼ ਧਿਆਨ ਦਿੰਦਾ ਹੈ, ਇਸ ਕਰਕੇ ਉਹ ਖੇਤੀ ਖੇਤਰ ਨੂੰ ਜਿਹੜਾ ਹੈ ਉਧਾਰ ਵੀ ਪ੍ਰਦਾਨ ਕਰਵਾਇਆ ਕਰਦਾ ਹੈ। ਤਾਂ ਇਹ ਸੀ ਆਪਣੇ ਕੋਲ ਕੇਂਦਰੀ ਬੈਂਕ ਦੇ ਸਾਰੇ ਕੰਮ ਕੀ ਹੋ ਗਏ, ਨੋਟ ਜਾਰੀ ਕਰਦਾ ਹੈ, ਸਰਕਾਰ ਦੇ ਬੈਂਕ ਦੇ ਤੌਰ ਤੇ ਕੰਮ ਕਰਦਾ ਹੈ, ਬੈਂਕਾਂ ਦੇ ਬੈਂਕ ਦੇ ਤੌਰ ਤੇ ਕੰਮ ਕਰਦਾ ਹੈ, ਵਪਾਰਕ ਬੈਂਕਾਂ ਦੀ ਨਿਗਰਾਨੀ ਕਰਦਾ ਹੈ, ਵਿਦੇਸ਼ੀ ਮੁਦਰਾ ਆਪਦੇ ਕੋਲ ਜੋੜ ਕੇ ਰੱਖਦਾ ਹੈ, ਵੱਖ-ਵੱਖ ਤਰ੍ਹਾਂ ਦੇ ਅੰਕੜਿਆਂ ਨੂੰ ਇਕੱਠਾ ਕਰਦਾ ਹੈ, ਕਿੰਦੀ ਮਦਦ ਨਾਲ, ਵਪਾਰਕ ਬੈਂਕਾਂ ਦੀ ਮਦਦ ਨਾਲ, ਵਪਾਰਕ ਬੈਂਕਾਂ ਕੋਲੋਂ ਅੰਕੜੇ ਲੈਂਦਾ ਹੈ, ਫਿਰ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਹਰ ਸਾਲ ਉਹਨੂੰ ਜਿਹੜਾ ਛਾਪਦਾ ਹੈ। ਫਿਰ ਵਪਾਰਕ ਬੈਂਕ ਜਿਹੜੇ ਨੇ ਉਹਨਾਂ ਵਾਸਤੇ ਆਖਰੀ ਕਰਜ਼ਦਾਤਾ ਦੇ ਤੌਰ ਤੇ ਕੰਮ ਕਰਦਾ ਹੈ, ਮਤਲਬ ਇਹ ਉਹਨਾਂ ਵਾਸਤੇ ਕਰਜ਼ੇ ਦੀ ਆਖਰੀ ਉਮੀਦ ਹੈ ਵੀ ਇੱਥੋਂ ਕਰਨਾ ਹੋਗੀ ਫਿਰ ਕਰਜ਼ਾ ਨਹੀਂ ਮਿਲਦਾ ਉਹਨਾਂ ਨੂੰ। ਫਿਰ ਮੁਦਰਾ ਦੀ ਪੂਰਤੀ ਤੇ ਨਿਯੰਤਰਣ ਰੱਖੇਗਾ, ਕਲੀਅਰਿੰਗ ਹਾਊਸ ਏਜੰਟ ਦੇ ਤੌਰ ਤੇ ਕੰਮ ਕਰੇਗਾ। ਕਲੀਅਰਿੰਗ ਹਾਊਸ ਕੀ ਹੋਇਆ, ਕੋਈ ਜਿਹੜਾ ਆਪਾਂ ਕੀਤਾ ਵੀ ਇੱਕ ਬੈਂਕ ਦਾ ਚੈੱਕ ਦੂਜੇ ਕੋਲ ਪਹੁੰਚ ਗਿਆ, ਦੂਜੇ ਦਾ ਤੀਜੇ ਕੋਲ ਪਹੁੰਚ ਗਿਆ, ਤੀਜੇ ਦਾ ਪਹਿਲੇ ਕੋਲ ਆ ਗਿਆ, ਤਾਂ ਇਹ ਸਾਰੇ ਚੈੱਕਾਂ ਦਾ ਜਿਹੜਾ ਲੈਣ ਦੇਣ ਹੈ ਉਹ ਖਾਤਿਆਂ ਵਿੱਚ ਹੀ ਕਰ ਦਿੰਦਾ ਹੈ, ਨਕਦ ਲੈਣ ਦੇਣ ਦੀ ਲੋੜ ਨਹੀਂ ਪੈਂਦੀ, ਉਹੀ ਕੰਮ ਜਿਹੜਾ ਹੈ ਉਹ ਆਪਣਾ ਕੇਂਦਰੀ ਬੈਂਕ ਕਰਿਆ ਕਰਦਾ ਹੈ। ਉਸ ਤੋਂ ਬਾਅਦ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਸੰਮੇਲਨ ਕਰਵਾਉਂਦਾ ਹੈ, ਉਸ ਤੋਂ ਬਾਅਦ ਮੁਦਰਾ ਬਾਜ਼ਾਰ ਬਿਲ ਬਾਜ਼ਾਰ ਨੂੰ ਨਿਯੰਤਰਣ ਵਿੱਚ ਰੱਖਦਾ ਹੈ, ਫਟੇ ਪੁਰਾਣੇ ਨੋਟ ਲੈਂਦਾ ਹੈ, ਖੇਤੀ ਨੂੰ ਉਧਾਰ ਦਿੰਦਾ ਹੈ। ਤਾਂ ਇੰਨੇ ਸਾਰੇ ਕੰਮ ਜਿਹੜੇ ਨੇ ਉਹ ਆਪਣਾ ਕੇਂਦਰੀ ਬੈਂਕ ਜਿਹੜਾ ਹੈ ਉਹ ਕਰਿਆ ਕਰਦਾ ਹੈ। ਤਾਂ ਹੁਣ ਕੇਂਦਰੀ ਬੈਂਕ ਦੀ ਪਰਿਭਾਸ਼ਾ ਬਣਾਉਣੀ ਪੈ ਜਾਵੇ ਤਾਂ ਇਹ ਸਾਰੇ ਕੰਮਾਂ ਨੂੰ ਸ਼ਾਮਿਲ ਕਰਕੇ ਪਰਿਭਾਸ਼ਾ ਬਣਾ ਸਕਦੇ ਹਾਂ ਕਿ ਕਿਸੇ ਵੀ ਦੇਸ਼ ਦਾ ਕੇਂਦਰੀ ਬੈਂਕ ਉਹ ਬੈਂਕ ਹੁੰਦਾ ਹੈ ਜੋ ਦੇਸ਼ ਵਿੱਚ ਨੋਟ ਜਾਰੀ ਕਰਦਾ ਹੈ, ਸਰਕਾਰ ਦੇ ਬੈਂਕ ਦੇ ਤੌਰ ਤੇ ਕੰਮ ਕਰਦਾ ਹੈ, ਬੈਂਕਾਂ ਦੇ ਬੈਂਕ ਦੇ ਤੌਰ ਤੇ ਕੰਮ ਕਰਦਾ ਹੈ, ਠੀਕ ਹੈ, ਵਿਦੇਸ਼ੀ ਮੁਦਰਾ ਭੰਡਾਰ ਦਾ ਰਖਵਾਲਾ ਹੁੰਦਾ ਹੈ ਤੇ ਆਖਰੀ ਕਰਜ਼ਦਾਤਾ ਦੇ ਤੌਰ ਤੇ ਕੰਮ ਕਰਦਾ ਹੈ। ਇਹ ਸਾਰੇ ਕੰਮਾਂ ਨੂੰ ਜੋੜ ਦਿਓ, ਸਾਰੇ ਕੰਮਾਂ ਨੂੰ ਇੱਕੋ ਹੀ ਲਾਈਨ ਦੇ ਵਿੱਚ ਲਿਖ ਦਿਓ ਤਾਂ ਕੀ ਹੋ ਜਾਏਗਾ, ਕੇਂਦਰੀ ਬੈਂਕ ਦੀ ਪਰਿਭਾਸ਼ਾ ਜਿਹੜੀ ਹੈ ਉਹ ਬਣ ਜਾਏਗੀ। ਇਸ ਤੋਂ ਇਲਾਵਾ ਹੋਰ ਕੋਈ ਪਰਿਭਾਸ਼ਾ ਕੇਂਦਰੀ ਬੈਂਕ ਦੀ ਨਹੀਂ ਦਿੱਤੀ ਜਾ ਸਕਦੀ, ਸਿਰਫ ਆਪਾਂ ਉਹਦੇ ਕੰਮਾਂ ਦੇ ਆਧਾਰ ਤੇ ਜਿਹੜਾ ਹੈ ਉਹ ਆਪਾਂ ਕੇਂਦਰੀ ਬੈਂਕ ਦੀ ਪਰਿਭਾਸ਼ਾ ਜਿਹੜੀ ਹੈ ਉਹ ਦੇ ਸਕਦੇ ਹਾਂ। ਤਾਂ ਉਮੀਦ ਹੈ ਤੁਹਾਨੂੰ ਲੈਕਚਰ ਜਿਹੜਾ ਹੈ ਉਹ ਸਮਝ ਆਇਆ ਹੋਵੇਗਾ, ਅੱਛਾ ਲੱਗਿਆ ਹੋਵੇਗਾ। ਤਾਂ ਅਗਰ ਕੋਈ ਡਾਊਟ ਹੋਵੇ ਤਾਂ ਜ਼ਰੂਰ ਕਮੈਂਟ ਬਾਕਸ ਦੇ ਅੰਦਰ ਪਾਇਆ ਜੇ। ਨੰਬਰ 2 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ, ਲਾਈਕ ਤੇ ਸ਼ੇਅਰ ਵੀ ਕਰਿਆ ਜੇ ਤੇ ਬੈਲ ਆਈਕਨ ਜ਼ਰੂਰ ਕਲਿੱਕ ਕਰਿਆ ਜੇ। ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ।